ਸੋ ਸਰਬੱਤ ਮਿਸ਼ਨਰੀ ਵੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਏ ਹੋਏ ਆਓ ਕਲਾਸ ਸ਼ੁਰੂ ਕਰਨ ਤੋਂ ਪਹਿਲੇ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਕਲਾਸ ਦਾ ਵਿਸ਼ਾ ਹੈ ਗੁਰਦੁਆਰਾ ਸੰਸਥਾ ਤੇ ਵਿਕਾਸ। ਗੁਰਦੁਆਰਾ ਸੰਸਥਾ ਕਿਵੇਂ ਹੋਂਦ ਦੇ ਵਿੱਚ ਆਉਂਦੀ ਹੈ ਤੇ ਕਿਵੇਂ ਹੌਲੀ-ਹੌਲੀ ਵਿਕਾਸ ਕਰਦੀ ਹੋਈ ਸਾਡੇ ਜੋ ਆਧੁਨਿਕ ਸਰੂਪ ਹੈ ਉਸ ਤੇ ਪਹੁੰਚਦੀ ਹੈ ਤੇ ਉਸ ਤੋਂ ਅਗਾਂਹ ਇਹਦਾ ਵਿਕਾਸ ਕਿਵੇਂ ਹੋਵੇ, ਕਿਵੇਂ ਭਵਿੱਖ ਦੇ ਵਿੱਚ ਗੁਰਦੁਆਰਾ ਸੰਸਥਾ ਆਪਣਾ ਰੋਲ ਪਲੇ ਕਰ ਸਕਦੀ ਹੈ, ਆਪਾਂ ਉਹਦੇ ਤੇ ਵਿਚਾਰ ਕਰਨੀ ਹੈ। ਸੋ ਸਾਰਾ ਕੁਝ ਸਾਡੇ ਗੁਰ ਇਤਿਹਾਸ ਦੇ ਵਿੱਚ ਸਾਂਭਿਆ ਪਿਆ ਹੈ। ਗੁਰ ਇਤਿਹਾਸ ਦੇ ਰਾਹੀਂ ਅਸੀਂ ਦੇਖਾਂਗੇ ਕਿ ਗੁਰਦੁਆਰਾ ਸੰਸਥਾ ਜੋ ਹੈ ਉਹਦੇ ਅੰਦਰ, ਉਸ ਆਰਗੇਨਾਈਜੇਸ਼ਨ ਦੇ ਅੰਦਰ ਕੀ ਹੋਣਾ ਚਾਹੀਦਾ, ਉਹਦੇ ਆਬਜੈਕਟਿਵ ਕੀ ਹੋਣੇ ਚਾਹੀਦੇ ਹਨ, ਉਹਦੇ ਉਦੇਸ਼ ਕੀ ਹੋਣੇ ਚਾਹੀਦੇ ਹਨ, ਇਹ ਸਾਰੇ ਦੇ ਉੱਪਰ ਅੱਜ ਅਸੀਂ ਵਿਚਾਰ ਕਰਾਂਗੇ। ਸਭ ਤੋਂ ਪਹਿਲੇ ਅਸੀਂ ਦੇਖਾਂਗੇ ਕਿ ਗੁਰੂ ਸਾਹਿਬਾਨ ਨੇ ਗੁਰਦੁਆਰਾ ਜੋ ਸੰਸਥਾ ਹੈ ਉਹਦੇ ਵਿੱਚ ਕੀ ਕੀ ਯੋਗਦਾਨ ਪਾਇਆ। ਗੁਰਦੁਆਰਾ ਸੰਸਥਾ ਦੇ ਵਿਕਾਸ ਦੇ ਵਿੱਚ ਸਾਰੇ ਗੁਰੂ ਸਾਹਿਬਾਨ ਦਾ ਕੀ ਕੀ ਯੋਗਦਾਨ ਹੈ। ਹਰ ਗੁਰੂ ਸਾਹਿਬਾਨ ਦੇ ਮੈਂ ਦੋ ਹੀ ਪੱਖ ਲਏ ਹਨ। ਜੇ ਦੋ ਪੱਖ ਲਈਏ ਤੇ 10 ਦੂਣਾ 20 ਪੱਖ ਬਣ ਜਾਂਦੇ ਹਨ ਗੁਰਦੁਆਰਾ ਸਾਹਿਬ ਦੀ ਸੰਸਥਾ ਦੇ। ਜੋ ਗੁਰਦੁਆਰਾ ਸਾਹਿਬ ਦੇ ਅੰਦਰ ਹੋਣਾ ਚਾਹੀਦਾ ਹੈ, ਜੋ ਗੁਰਦੁਆਰਾ ਸਾਹਿਬ ਨੇ ਸਮਾਜ ਨੂੰ ਸੇਧ ਦੇਣ ਦੇ ਲਈ ਆਪਣਾ ਰੋਲ ਅਦਾ ਕਰਨਾ ਹੈ, ਜੋ ਗੁਰਦੁਆਰਾ ਸਾਹਿਬ ਨੇ ਸਮਾਜ ਨੂੰ, ਸੰਸਾਰ ਨੂੰ, ਆਪਣੇ ਆਲੇ ਦੁਆਲੇ ਨੂੰ ਅਧਿਆਤਮਿਕ ਸੇਧ, ਸਮਾਜਿਕ ਸੇਧ ਤੇ ਆਪਣੇ ਆਲੇ ਦੁਆਲੇ ਦੇ ਵਿਕਾਸ ਦੇ ਵਿੱਚ ਜੋ ਯੋਗਦਾਨ ਪਾਉਣਾ ਹੈ, ਉਹਦੇ ਅੰਦਰ ਗੁਰੂ ਸਾਹਿਬਾਨ ਨੇ ਉਹ ਸੰਸਥਾ ਨੂੰ ਹੌਲੀ-ਹੌਲੀ ਕਿਵੇਂ ਵਿਕਾਸ ਦੇ ਲੈਵਲ ਤੇ ਲੈ ਕੇ ਆਂਦਾ, ਕਿਵੇਂ ਆਪਣਾ ਯੋਗਦਾਨ ਪਾਉਂਦੇ ਗਏ। ਇਹਨਾਂ ਦੀਆਂ ਡਾਇਮੈਂਸ਼ਨਸ ਬਹੁਤ ਜ਼ਿਆਦਾ ਹਨ, ਪਰ ਹਰ ਗੁਰੂ ਪਾਤਸ਼ਾਹ ਦੀਆਂ ਆਪਾਂ ਦੋ ਡਾਇਮੈਂਸ਼ਨਸ ਜਿਹੜੀਆਂ ਉਹ ਮੁੱਖ ਤੌਰ ਤੇ ਲਵਾਂਗੇ। ਸੋ ਪਹਿਲੀ ਡਾਇਮੈਂਸ਼ਨ ਆਪਾਂ ਲੈਨੇ ਗੁਰੂ ਨਾਨਕ ਪਾਤਸ਼ਾਹ ਦੇ, ਜੋ ਗੁਰਦੁਆਰਾ ਸਾਹਿਬ ਦੀ ਸੰਸਥਾ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਤੇ ਲੰਗਰ, ਇਹ ਦੋ ਜੋ ਵੱਡੇ ਯੋਗਦਾਨ ਗੁਰਦੁਆਰਾ ਸੰਸਥਾ ਦੇ ਲਈ, ਧਰਮਸ਼ਾਲ ਸੰਸਥਾ ਦੇ ਲਈ ਦਿੱਤੇ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸ਼ਬਦ ਗੁਰੂ ਹੈ ਸਿੱਖ ਦਾ ਤੇ ਸਿੱਖ ਸ਼ਬਦ ਨੂੰ ਹੀ ਮੱਥਾ ਟੇਕਦਾ ਹੈ। ਇਸ ਸ਼ਬਦ ਗੁਰੂ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਰੱਖੀ। ਜਦੋਂ ਉਹਨਾਂ ਨੇ ਆਪਣੀ ਬਾਣੀ 'ਚ ਵੀ, ਜਿਵੇਂ ਮੈਂ ਆਖਿਆ ਕਿ ਸਿੱਧਾਂ ਨਾਲ ਉਹਨਾਂ ਦੀ ਗੋਸ਼ਟ ਹੋਈ, ਜਦੋਂ ਕੁਐਸਚਨ ਕੀਤਾ ਗਿਆ ਕਿ ਤੁਹਾਡਾ ਗੁਰੂ ਕੌਣ ਹੈ, ਕਵਣ ਗੁਰੂ ਕਿਸ ਕਾ ਤੂੰ ਚੇਲਾ, ਤੇ ਗੁਰੂ ਪਾਤਸ਼ਾਹ ਦਾ ਜਵਾਬ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੋ ਗੁਰਦੁਆਰਾ ਸੰਸਥਾ ਉਨੀ ਦੇਰ ਤੱਕ ਹੋਂਦ ਦੇ ਵਿੱਚ ਨਹੀਂ ਆ ਸਕਦੀ ਜਿੰਨੀ ਦੇਰ ਤੱਕ ਇਹਦੀ ਸਭ ਤੋਂ ਜੋ ਪਹਿਲੀ ਜ਼ਰੂਰਤ ਹੈ, ਸਭ ਤੋਂ ਪਹਿਲੀ ਜੋ ਨੀਡ ਹੈ, ਉਹ ਹੈ ਉੱਥੇ ਸ਼ਬਦ ਗੁਰੂ ਦਾ ਪ੍ਰਕਾਸ਼ ਹੋਣਾ। ਇਸ ਵੇਲੇ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਸਾਡੇ ਕੋਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸੋ ਜਿੰਨੀ ਦੇਰ ਤੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਹੁੰਦਾ, ਉਨੀ ਦੇਰ ਤੱਕ ਗੁਰਦੁਆਰਾ ਸੰਸਥਾ ਜੋ ਹੈ ਉਹ ਹੋਂਦ ਦੇ ਵਿੱਚ ਨਹੀਂ ਆ ਸਕਦੀ। ਤੇ ਇਹਦੇ ਨਾਲ ਨਾਲ ਸ਼ਬਦ ਗੁਰੂ ਦਾ ਕੋਈ ਸ਼ਰੀਕ, ਕੋਈ ਹੋਰ ਗ੍ਰੰਥ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਰਾਬਰ ਉਹਦਾ ਪ੍ਰਕਾਸ਼ ਵੀ ਨਹੀਂ ਕੀਤਾ ਜਾ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾਂ ਹੋਰ ਕੋਈ ਵੀ ਪ੍ਰਕਾਸ਼ ਹੈ ਜੋ ਉਹ ਕਿਸੇ ਵੀ ਪੁਸਤਕ ਦਾ ਕਿਸੇ ਵੀ ਰੂਪ ਦੇ ਵਿੱਚ, ਗੁਰੂ ਦੇ ਰੂਪ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸ਼ਬਦ ਗੁਰੂ ਦਾ ਸਿਧਾਂਤ ਸਾਨੂੰ ਦਿੱਤਾ, ਅੱਜ ਸਾਡੇ ਗੁਰਦੁਆਰਾ ਸਾਹਿਬ ਦੀ ਸੰਸਥਾ ਦਾ ਸਭ ਤੋਂ ਮੇਨ ਸਟੇ ਹੈ। ਇਹ ਤੋਂ ਬਿਨਾਂ ਗੁਰਦੁਆਰਾ ਸਾਹਿਬ ਦੀ ਸੰਸਥਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਦੂਸਰਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਉਹ ਹੈ ਲੰਗਰ। ਲੰਗਰ ਦੀ ਪ੍ਰਥਾ, ਭੁੱਖੇ ਸਾਧੂਆਂ ਨੂੰ ਭੋਜਨ ਖਿਲਾਉਣ ਤੋਂ ਬਾਅਦ ਉਹਨਾਂ ਨੇ ਜੋ ਇਹ ਲੰਗਰ ਦੀ ਪ੍ਰਥਾ ਉੱਥੋਂ ਆਰੰਭ ਹੁੰਦੀ ਹੈ। ਤੇ ਲੰਗਰ ਦੀ ਪ੍ਰਥਾ ਵੀ ਗੁਰਦੁਆਰਾ ਸਾਹਿਬ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਵੀ ਲਿਖਦੇ ਹਨ ਕਿ ਨਿਸ਼ਾਨ ਸਾਹਿਬ ਨੂੰ ਦੇਖ ਕੇ ਪਤਾ ਲੱਗ ਜਾਣਾ ਚਾਹੀਦਾ ਕਿ ਇੱਥੇ ਗੁਰੂ ਕਾ ਲੰਗਰ ਤਿਆਰ ਮਿਲੇਗਾ, ਇੱਥੇ ਦਵਾਈ ਵੀ ਮਿਲੇਗੀ ਤੇ ਇੱਥੇ ਜੋ ਮੇਰੀ ਇੱਜ਼ਤ ਦੀ ਰੱਖਿਆ ਜਿਹੜੀ ਹੈ ਉਹ ਵੀ ਹੋਏਗੀ। ਸੋ ਲੰਗਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਆਰੰਭ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਗੁਰਦੁਆਰਾ ਸੰਸਥਾ ਦੇ ਲਈ ਜੋ ਲੰਗਰ ਦੀ ਆਰੰਭਤਾ ਸੀ ਉਹਦਾ ਵੀ ਆਰੰਭ ਕੀਤਾ। ਲੰਗਰ ਤੋਂ ਬਿਨਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਹੋਂਦ ਜਿਹੜੀ ਆ ਉਹ ਲਗਭਗ ਅਧੂਰੀ ਰਹਿ ਜਾਂਦੀ ਹੈ। ਕਿਸੇ ਵੀ ਗੁਰਦੁਆਰਾ ਸਾਹਿਬ ਹਰ ਵੇਲੇ ਜਦੋਂ ਵੀ ਕੋਈ ਭੁੱਖਾ ਆਵੇ
ਜ਼ਰੂਰਤਮੰਦ ਆਵੇ ਉਸ ਦੇ ਲਈ ਲੰਗਰ ਦਾ ਪ੍ਰਬੰਧ ਹੈ ਜੋ ਉਹ ਬਹੁਤ ਜ਼ਰੂਰੀ ਹੈ। ਖਾਸ ਕਰਕੇ ਅੱਜ ਦੇ ਸਮੇਂ 'ਚ ਜਦੋਂ ਆਪਾਂ ਦੇਖਿਆ ਕਿ ਕਰੋਨਾ ਕਾਲ ਦੇ ਵਿੱਚ ਇਸ ਲੰਗਰ ਪ੍ਰਥਾ ਨੇ ਬਹੁਤ ਸਾਰੇ ਭੁੱਖਿਆਂ ਨੂੰ ਰਜਾਇਆ, ਭੁੱਖਿਆਂ ਦਾ ਪੇਟ ਭਰਿਆ। ਸੋ ਲੰਗਰ ਦੀ ਪ੍ਰਥਾ ਦੇ ਕਾਰਨ ਆਪਾਂ ਦੇਖ ਰਹੇ ਰਿਸ਼ਭ ਪੰਤ ਉਹਨੇ ਕੱਲ ਸਾਊਥ ਅਫਰੀਕਾ ਨਾਲ ਟੈਸਟ ਮੈਚ ਖੇਲਦੇ ਹੋਏ ਸੈਂਚੁਰੀ ਵੀ ਬਣਾਈ। ਉਹ ਰਿਸ਼ਭ ਪੰਤ ਜਦੋਂ ਦਿੱਲੀ ਦੇ ਵਿੱਚ ਉਹਨੂੰ ਰਹਿਣਾ ਪਿਆ ਆਪਣੀ ਟ੍ਰੇਨਿੰਗ ਦੇ ਲਈ ਤੇ ਉਹਦੇ ਕੋਲ ਬਹੁਤ ਜ਼ਿਆਦਾ ਧਨ ਦੌਲਤ ਨਹੀਂ ਸੀਗਾ, ਉਹਦੇ ਕੋਲ ਪੈਸਾ ਨਹੀਂ ਸੀ। ਉਹ ਕਹਿੰਦਾ ਸੀਗਾ ਕਿ ਜੇ ਲੰਗਰ ਦੀ ਪ੍ਰਥਾ ਨਾ ਹੁੰਦੀ, ਲੰਗਰ ਨਾ ਹੁੰਦਾ ਗੁਰੂ ਦਾ, ਸ਼ਾਇਦ ਮੈਂ ਆਪਣੀ ਟ੍ਰੇਨਿੰਗ ਸੀ ਜੋ ਉਹ ਪੂਰੀ ਨਾ ਕਰ ਸਕਦਾ। ਅੱਜ ਇਸ ਅਸਥਾਨ ਤੇ ਮੈਂ ਪਹੁੰਚਿਆ ਹੋਇਆ ਹਾਂ, ਉਸ ਅਸਥਾਨ ਤੇ ਨਾ ਪਹੁੰਚ ਸਕਦਾ। ਇਹ ਇੱਕ ਉਦਾਹਰਣ ਹੈ। ਬਹੁਤ ਸਾਰੀਆਂ ਉਦਾਹਰਨਾਂ IAS ਅਫਸਰਾਂ ਦੀਆਂ, IFS ਅਫਸਰਾਂ ਦੀਆਂ, IRS ਅਫਸਰਾਂ ਦੀਆਂ, ਰੇਲਵੇ ਦੇ ਇੰਜੀਨੀਅਰ, ਡਾਕਟਰਸ ਦੀਆਂ, ਜਿਹੜੇ ਦਿੱਲੀ ਪੇਪਰ ਦੇਣ ਆਉਂਦੇ ਆ, ਦਿੱਲੀ ਟ੍ਰੇਨਿੰਗ ਲਈ ਆਉਂਦੇ ਆ, ਉਹਨਾਂ ਲਈ ਜੋ ਗੁਰੂ ਕਾ ਲੰਗਰ ਹੈ ਇੱਕ ਤਰ੍ਹਾਂ, ਕਿਉਂਕਿ ਬਹੁਤ ਸਾਰੇ ਬਿਹਾਰ ਤੋਂ, ਮਹਾਰਾਸ਼ਟਰ ਤੋਂ, ਇੱਧਰੋਂ ਉਹ ਲੋਕ ਆਉਂਦੇ ਜਿਨ੍ਹਾਂ ਦੇ ਲਈ ਖਰਚਾ ਕਰਨਾ ਜਿਹੜਾ ਆ ਉਹ ਬੜਾ ਮੁਸ਼ਕਲ ਹੁੰਦਾ ਆ। ਇਹ ਗੁਰੂ ਕਾ ਲੰਗਰ ਕਿਤੇ ਵੀ ਜਿੱਥੇ ਵੀ ਉਹ ਸਟੇ ਕਰਦੇ ਆ ਉੱਥੇ ਉਹ ਉਹਨਾਂ ਨੂੰ ਇਹਦੀ ਜੋ ਲੰਗਰ ਦੀ ਜੋ ਪ੍ਰਥਾ ਹੈ ਇਹਦਾ ਬਹੁਤ ਸਹਿਯੋਗ ਮਿਲਦਾ ਆ। ਲੰਗਰ ਤੋਂ ਬਿਨਾਂ ਬਹੁਤ ਸਾਰੇ ਲੋਕ ਤੁਹਾਨੂੰ ਜ਼ਿੰਦਗੀ 'ਚ ਵਿਚਰਦੇ ਇਹੋ ਜਿਹੇ ਮਿਲ ਜਾਣਗੇ ਜਿਹੜੇ ਆਖਣਗੇ ਕਿ ਗੁਰੂ ਕੇ ਲੰਗਰ ਦੀ ਪ੍ਰਥਾ ਦੇ ਕਾਰਨ ਅਸੀਂ ਆਪਣੀ ਐਜੂਕੇਸ਼ਨ ਪੂਰੀ ਕਰ ਸਕੇ, ਅਸੀਂ ਆਪਣੇ ਜ਼ਿੰਦਗੀ ਦੇ ਨਿਸ਼ਾਨੇ ਪੂਰੇ ਕਰ ਸਕੇ। ਹੁਣ ਜਦੋਂ ਆਇਲਸ ਕਰਨ ਲਈ, ਆਇਲਸ ਕਰਕੇ ਲੋਕੀ ਬਾਹਰ ਜਾਂਦੇ ਬੱਚੇ ਸਾਡੇ, ਉੱਥੇ ਜਾ ਕੇ ਜੋ ਸਭ ਤੋਂ ਉਹਨਾਂ ਨੂੰ ਵੱਡੀ ਸਮੱਸਿਆ ਰਹਿਣ ਦੀ ਤੇ ਲੰਗਰ ਦੀ ਆਉਂਦੀ ਆ। ਸੋ ਰਹਿਣ ਸਹਿਣ ਵੀ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਜੇ ਕੋਈ ਹੋਰ ਉਹਨਾਂ ਦਾ ਸਹਾਰਾ ਨਾ ਹੋਵੇ। ਤੇ ਗੁਰੂ ਕਾ ਲੰਗਰ ਵੀ ਉੱਥੋਂ ਛੱਡ ਕੇ ਉੱਥੇ ਸੇਵਾ ਕਰਦੇ ਹੋਏ ਗੁਰੂ ਕੇ ਲੰਗਰ ਜੋ ਹਨ ਇਹ ਬਹੁਤ ਸਾਰਿਆਂ ਦੇ ਲਈ ਸਹਾਰਾ ਬਣੇ ਹੋਏ ਹਨ, ਬਹੁਤ ਸਾਰੇ ਲੋਕਾਂ ਦੇ ਲਈ। ਇਸ ਤੋਂ ਵੀ ਬਾਅਦ ਜਦੋਂ ਅੰਦੋਲਨ ਕਰਨ ਦੇ ਲਈ, ਲੋਕਤੰਤਰ ਦੀ ਰੱਖਿਆ ਦੇ ਲਈ ਇਹ ਲੰਗਰ ਦੀ ਪ੍ਰਥਾ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਅੰਦੋਲਨ ਚਾਹੇ ਕਿਸੇ ਵੀ ਕਾਮਰੇਡਾਂ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸਾਨਾਂ ਦਾ ਹੋਵੇ, ਕਿਸੇ ਹੋਰ ਤਰੀਕੇ ਦਾ ਹੋਵੇ, ਲੋਕੀ ਦਿੱਲੀ ਆਉਂਦੇ ਆ ਅੰਦੋਲਨ ਕਰਨ ਦੇ ਲਈ, ਜੋ ਪ੍ਰਗਤੀ ਮੈਦਾਨ ਦੇ ਵਿੱਚ ਜਾਂ ਕੋਈ ਹੋਰ ਜੰਤਰ ਮੰਤਰ ਤੇ ਉੱਥੇ ਹਜ਼ਾਰਾਂ ਲੋਕਾਂ ਨੂੰ ਖਾਣਾ ਕੌਣ ਖਿਲਾਏਗਾ, ਇੰਨਾ ਖਰਚਾ ਰੈਸਟੋਰੈਂਟਾਂ ਦਾ ਕੌਣ ਕਰੇਗਾ। ਤੇ ਉਹ ਸਾਰਾ ਲੰਗਰ ਜੋ ਹੈ ਜਿੰਨੇ ਵੀ ਅੰਦੋਲਨਕਾਰੀ, ਮੁਜ਼ਾਹਰਾਕਾਰੀ ਆਉਂਦੇ ਹਨ ਦਿੱਲੀ ਦੀ ਧਰਤੀ ਤੇ, ਉਹ ਗੁਰੂ ਪਾਤਸ਼ਾਹ ਦਾ ਲੰਗਰ ਬੰਗਲਾ ਸਾਹਿਬ ਤੋਂ, ਸੀਸਗੰਜ ਸਾਹਿਬ ਤੋਂ ਉਹ ਲੰਗਰ ਉਹਨਾਂ ਦੇ ਲਈ ਤਿਆਰ ਮਿਲਦਾ ਹੈ। ਸੋ ਲੋਕਤੰਤਰ ਦੀ ਰੱਖਿਆ ਲਈ, ਅੰਦੋਲਨਾਂ ਲਈ, ਸੰਘਰਸ਼ਾਂ ਦੀ ਰੱਖਿਆ ਲਈ ਇਹ ਲੰਗਰ ਦਾ ਜੋ ਯੋਗਦਾਨ ਹੈ ਇਸਨੇ ਇੱਕ ਬਹੁਤ ਵੱਡਾ ਰੋਲ ਸਾਰੇ ਸੰਸਾਰ ਦੇ ਅੰਦਰ। ਤੇ ਉਸ ਤੋਂ ਬਾਅਦ ਅਗਲੀ ਗੱਲ ਕਰੀਏ ਕਰੋਨਾ ਕਾਲ ਦੇ ਵਿੱਚ ਜੋ ਲੰਗਰ ਦੀ ਪ੍ਰਥਾ ਨੇ ਲੋਕਾਂ ਨੂੰ ਜਿਉਂਦਾ ਰੱਖਿਆ, ਲੋਕਾਂ ਦੇ ਲਈ ਜੋ ਕੀਤਾ, ਸ਼ਾਇਦ ਇਹਦੀ ਮਿਸਾਲ ਦੁਨੀਆ ਦੇ ਇਤਿਹਾਸ ਦੇ ਵਿੱਚ ਹੋਰ ਨਾ ਮਿਲ ਸਕੇ। ਸੋ ਲੰਗਰ ਦੀ ਪ੍ਰਥਾ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਈ। ਇਹ ਗੁਰਦੁਆਰਾ ਸਾਹਿਬ ਦਾ ਅੱਜ ਸਾਰੇ ਸੰਸਾਰ ਦੇ ਵਿੱਚ ਮੇਨ ਸਟੇ ਹੈ, ਜਿੱਥੇ ਭੁੱਖਿਆਂ ਨੂੰ, ਭੁੱਖੇ ਬੱਚਿਆਂ ਨੂੰ ਲੰਗਰ ਮਿਲਦਾ, ਵੱਡਾ ਆਵੇ ਉਹਨੂੰ ਲੰਗਰ ਮਿਲਦਾ, ਜਿਹੜਾ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਨਹੀਂ ਕਰ ਸਕਦਾ ਉਹਨੂੰ ਇੱਥੋਂ ਕਮ ਸੇ ਕਮ ਖਾਣਾ ਜੋ ਹੈ ਉਹ ਪੇਟ ਭਰ ਕੇ ਮਿਲ ਜਾਂਦਾ ਹੈ। ਬਾਕੀ ਇਹ ਬੰਦਾ ਆਪਣੀਆਂ ਜ਼ਰੂਰਤਾਂ ਹਨ ਜੋ ਉਹ ਪੂਰੀਆਂ ਕਰ ਲੈਂਦਾ ਹੈ। ਸੋ ਸ਼ਬਦ ਗੁਰੂ ਦਾ ਪ੍ਰਕਾਸ਼ ਤੇ ਭੁੱਖਿਆਂ ਦੇ ਲਈ ਲੰਗਰ, ਜ਼ਰੂਰਤਮੰਦਾਂ ਦੇ ਲੰਗਰ, ਇਹ ਗੁਰਦੁਆਰਾ ਸਾਹਿਬ ਦੀ ਦੋ ਬੜੀਆਂ ਜ਼ਰੂਰੀ ਜ਼ਰੂਰਤਾਂ ਹਨ, ਬਹੁਤ ਜ਼ਰੂਰੀ ਇਹਦੇ ਮੇਨ ਸਟੇ ਹਨ ਜੋ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਸਾਨੂੰ ਪ੍ਰਾਪਤ ਹੁੰਦੇ ਹਨ। ਹੁਣ ਆਪਾਂ ਗੱਲ ਕਰੀਏ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ, ਜੋ ਗੁਰਦੁਆਰਾ ਸਾਹਿਬ ਦੇ ਲਈ ਦੋ ਜ਼ਰੂਰੀ ਚੀਜ਼ਾਂ ਉਹਨਾਂ ਨੇ ਬਖਸ਼ਿਸ਼ ਕੀਤੀਆਂ ਉਹ ਸਨ ਇੱਕ ਖੇਡਾਂ, ਗੁਰੂ ਪਾਤਸ਼ਾਹ ਮੱਲ ਅਖਾੜੇ ਲਵਾਉਂਦੇ ਸਨ, ਸਿਹਤ ਸੰਬੰਧੀ ਖੇਡਾਂ ਜੋ ਹਨ ਇਹ ਵੀ ਗੁਰਦੁਆਰਾ ਸਾਹਿਬ ਦੀ ਸੰਸਥਾ, ਜੋ ਵੀ ਕਮੇਟੀਆਂ ਹਨ, ਆਰਗੇਨਾਈਜ਼ਰ ਸਨ, ਉਹਨਾਂ ਦੇ ਲਈ ਬੱਚਿਆਂ ਦੀਆਂ ਖੇਡਾਂ ਦਾ ਪ੍ਰਬੰਧ ਕਰਨਾ ਇਹ ਬੜਾ ਜ਼ਰੂਰੀ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਮੱਲ ਅਖਾੜੇ ਸ਼ੁਰੂ ਕੀਤੇ, ਉੱਥੇ ਘੋਲ ਕਰਾਉਂਦੇ ਸਨ, ਉੱਥੇ ਹੋਰ ਖੇਡਾਂ ਸਨ ਜੋ ਉਹ ਕਰਵਾਇਆ ਕਰਦੇ ਸਨ। ਜੇਕਰ ਗੁਰਦੁਆਰਾ ਸਾਹਿਬ ਇਹਦੇ ਨਾਲ ਅੱਜ ਸਾਰੇ ਧਰਮਾਂ ਦੇ ਜਿਹੜੇ ਧਰਮ ਸਥਾਨ ਹਨ, ਲੋਕ ਹਨ, ਉਹ ਆਪਣੇ ਖਿਡਾਰੀਆਂ ਨੂੰ ਸੰਸਾਰ ਪੱਧਰ ਤੇ ਪ੍ਰੋਜੈਕਟ ਕਰਨ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦੇ ਹਨ। ਪਰ ਜਿੱਥੋਂ ਸਾਨੂੰ ਇਹ ਸ਼ੁਰੂਆਤ ਹੋਈ ਗੁਰੂ ਅੰਗਦ ਪਾਤਸ਼ਾਹ ਜੀ ਤੋਂ ਸਿੱਖ ਧਰਮ ਦੇ ਵਿੱਚ, ਇਸ ਚੀਜ਼ ਦੀ ਘਾਟ ਹੈ ਜੋ ਉਹ ਬੜੀ ਰੜਕਦੀ ਹੈ। ਸ਼੍ਰੋਮਣੀ ਕਮੇਟੀ ਨੇ ਆਪਣੀਆਂ ਇੱਕ ਦੋ ਟੀਮਾਂ ਬਣਾਈਆਂ ਪਰ ਉਹ ਕੋਈ ਬਹੁਤੀਆਂ ਕੁਆਲਿਟੀ ਦੀਆਂ ਟੀਮਾਂ ਨਹੀਂ ਬਣਾ ਸਕੇ। ਗੁਰਦੁਆਰਾ ਸਾਹਿਬ ਦੀ ਸੰਸਥਾ ਜੇਕਰ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਉਹ ਪਿੰਡ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੇ, ਉਹਨਾਂ ਦੇ ਲਈ ਪ੍ਰਬੰਧ ਕਰੇ। ਸ਼ਹਿਰ ਦੇ ਵਿੱਚ ਸ਼ਹਿਰ ਉੱਥੇ ਜਿਮ ਖੋਲੇ ਜਾਣ, ਉੱਥੇ ਖੇਡਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇੱਕ ਤੇ ਬੱਚਿਆਂ ਦੀ ਸਿਹਤ ਚੰਗੀ ਰਵੇ,
ਇੱਕ ਬੱਚੇ ਚੰਗੇ ਪਾਸੇ ਲੱਗਣ, ਉਹਨਾਂ ਦਾ ਸਮਾਂ ਸ਼ਾਮ ਦਾ ਜੋ ਸੋਹਣਾ ਪਾਸ ਹੋ ਜਾਵੇ, ਕਿਉਂਕਿ ਸ਼ਾਮ ਦੇ ਸਮੇਂ ਬੱਚੇ ਸਭ ਤੋਂ ਜ਼ਿਆਦਾ ਵਿਗੜਦੇ ਆ। ਸ਼ਾਮ ਦਾ ਸਮਾਂ ਵੱਡਿਆਂ ਤੇ ਬੱਚਿਆਂ ਲਈ ਪਾਸ ਕਰਨਾ ਸਭ ਤੋਂ ਮੁਸ਼ਕਲ ਗੱਲ ਹੁੰਦੀ ਆ। ਵੱਡੇ ਵੀ ਉਸ ਵੇਲੇ ਡਰਿੰਕ ਕਰਨੀ ਸ਼ੁਰੂ ਕਰਦੇ ਸ਼ਾਮ ਦੇ ਸਮੇਂ, ਉਹਨਾਂ ਕੋਲ ਟਾਈਮ ਨਹੀਂ ਹੁੰਦਾ। ਦੂਜੇ ਅਸੀਂ ਚਾਹ ਪਾਣੀ ਪੀ ਕੇ ਗੱਲਾਂ ਨਾਲ ਟਾਈਮ ਪਾਸ ਕਰਦੇ ਰਹਿੰਦੇ ਹਾਂ, ਜਾਂ ਮੋਬਾਈਲ ਤੇ ਬੈਠੇ ਰਹਿੰਦੇ ਹਾਂ। ਰਹਿ ਰਾਸ ਤੋਂ ਬਾਅਦ ਵੀ ਜੇ ਅਸੀਂ ਕਰ ਲਈਏ, ਦੇਖ ਲਈਏ, ਸੋ ਇਹ ਚੀਜ਼ਾਂ ਜੋ ਸ਼ਾਮ ਦਾ ਸਮਾਂ ਬੱਚਿਆਂ ਦਾ ਬਤੀਤ ਹੋਣਾ, ਇਹ ਗਰਾਊਂਡ ਦੇ ਵਿੱਚ ਬਤੀਤ ਹੋਣਾ ਚਾਹੀਦਾ। ਤੇ ਗੁਰਦੁਆਰਾ ਸਾਹਿਬਾਨ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਜੀਵਨ ਤੋਂ ਇਹ ਸਿੱਖਿਆ ਲੈ ਲੈਣੀ ਚਾਹੀਦੀ ਆ ਕਿ ਖੇਡਾਂ ਜਿਹੜੀਆਂ ਹਨ ਇਹ ਬੜੀਆਂ ਜ਼ਰੂਰੀ ਹਨ। ਦੂਸਰਾ ਜੋ ਸੰਸਥਾ ਦੇ ਵਿੱਚ, ਗੁਰਦੁਆਰਾ ਸੰਸਥਾ ਦੇ ਵਿੱਚ ਹੋਣਾ ਚਾਹੀਦਾ, ਉਹ ਹੈ ਬੱਚਿਆਂ ਦੀ ਮੁੱਢਲੀ ਪੜ੍ਹਾਈ ਤੇ ਮਾਂ ਬੋਲੀ ਦੀ ਸਿੱਖਿਆ। ਇਹ ਵੀ ਬਹੁਤ ਜ਼ਰੂਰੀ ਗੱਲ ਹੈ। ਜਿੰਨੀ ਦੇਰ ਤੱਕ ਗੁਰਦੁਆਰਾ ਸਾਹਿਬ ਪੜ੍ਹਾਈ ਦਾ ਕੇਂਦਰ ਬਣਿਆ ਰਹੇਗਾ, ਬੱਚਿਆਂ ਨੂੰ ਜਿੱਥੇ ਧਾਰਮਿਕ ਵਿੱਦਿਆ ਦਿੱਤੀ ਜਾਵੇ, ਮਾਂ ਬੋਲੀ ਦੀ ਸਿਖਲਾਈ ਦਾ ਉੱਥੇ ਪ੍ਰਬੰਧ ਕੀਤਾ ਜਾਵੇ। ਨਾਲ ਨਾਲ ਬੱਚਿਆਂ ਦੇ ਲਈ ਜੋ ਵੱਡੇ ਹੋ ਰਹੇ ਆ, ਉਹਨਾਂ ਦੇ ਲਈ ਉਹਨਾਂ ਦੇ ਕੈਰੀਅਰ ਕਾਉਂਸਲਿੰਗ, ਉਹਨਾਂ ਨੇ ਕੀ ਬਣਨਾ ਜ਼ਿੰਦਗੀ ਦੇ ਵਿੱਚ, ਤੇ ਉਹ ਕੈਰੀਅਰ ਦੇ ਬਣਾਉਣ ਦੇ ਲਈ, ਚਾਹੇ ਉਹਨਾਂ ਨੇ ਡਾਕਟਰ ਬਣਨਾ ਤੇ ਉਹਦੇ ਲਈ ਕੋਚਿੰਗ ਦਾ ਪ੍ਰਬੰਧ ਹੋਵੇ, ਇੰਜੀਨੀਅਰ ਬਣਨਾ ਉਹਦੇ ਲਈ ਕੋਚਿੰਗ ਦਾ ਪ੍ਰਬੰਧ ਹੋਵੇ। ਹਰ ਗੁਰਦੁਆਰਾ ਨਹੀਂ ਕਰ ਸਕਦਾ। ਸ਼ਹਿਰ ਦੇ 5 ਗੁਰਦੁਆਰੇ, 10 ਗੁਰਦੁਆਰੇ ਇਕੱਠੇ ਹੋ ਕੇ ਇੱਕ ਗੁਰਦੁਆਰਾ ਸਾਹਿਬ ਖੇਡਾਂ ਦਾ ਕੇਂਦਰ ਬਣਾ ਲਵੇ ਆਪਣੇ ਆਪ ਨੂੰ, ਇੱਕ ਗੁਰਦੁਆਰਾ ਸਾਹਿਬ ਇਹ ਮਾਂ ਬੋਲੀ ਤੇ ਮੁੱਢਲੀ ਪੜ੍ਹਾਈ ਦਾ ਕੇਂਦਰ ਬਣਾ ਲਵੇ, ਬੱਚਿਆਂ ਦੀਆਂ ਕਲਾਸਾਂ ਦਾ ਕੇਂਦਰ ਬਣਾ ਲਵੇ। ਇੱਕ ਗੁਰਦੁਆਰਾ ਸਾਹਿਬ ਵੱਡੀ ਪੜ੍ਹਾਈ ਦਾ ਕੇਂਦਰ ਬਣਾ ਲਵੇ, ਜਿੱਥੇ ਬੱਚਿਆਂ ਦੀ ਕਾਉਂਸਲਿੰਗ ਹੋਣੀ ਹੈ, ਜਿੱਥੇ ਬੱਚਿਆਂ ਨੂੰ ਗਾਂ ਡਾਕਟਰ, ਇੰਜੀਨੀਅਰ ਬਣਨ ਦੇ ਲਈ, IAS IPS ਬਣਨ ਦੇ ਲਈ, ਜਾਂ ਹੋਰ ਬਹੁਤ ਸਾਰੇ ਅੱਜ ਕੱਲ੍ਹ ਖੇਤਰ ਹਨ, MBA ਤੋਂ ਲੈ ਕੇ ਬੈਂਕਿੰਗ ਸੈਕਟਰ ਹੈ, ਫਾਈਨੈਂਸ਼ੀਅਲ ਸੈਕਟਰ ਹੈ। ਬੱਚਿਆਂ ਨੂੰ ਬਾਹਰਲੀਆਂ ਯੂਨੀਵਰਸਿਟੀਆਂ, ਹਾਰਵਰਡ, MIT ਵਗੈਰਾ, ਆਕਸਫੋਰਡ ਵਗੈਰਾ ਵੀ ਸਾਡੇ ਬੱਚੇ ਜਾ ਕੇ ਉੱਥੇ ਉਹਨਾਂ 'ਚ ਪੜ੍ਹਨੇ ਚਾਹੀਦੇ ਆ। ਤੇ ਉਹਦੀ ਜਿਹੜੀ ਮੁੱਢਲੀ ਜਿਹੜੀ ਸਿੱਖਿਆ ਆ, ਉਹ ਜਿਹੜੀ ਆ ਉਹ ਗੁਰਦੁਆਰਾ ਸਾਹਿਬਾਨ ਤੋਂ ਆਰੰਭ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਤੇ ਮਾਂ ਬੋਲੀ ਨਾਲ ਫਿਰ ਜੁੜੇ ਰਹਿਣਗੇ, ਦੂਸਰਾ ਆਪਣੇ ਧਰਮ ਦੇ ਨਾਲੋਂ ਨਹੀਂ ਟੁੱਟਣਗੇ। ਜਦੋਂ ਗੁਰਦੁਆਰਾ ਸਾਹਿਬ ਤੋਂ ਉਹਨਾਂ ਦੇ ਕੈਰੀਅਰ ਦੀ ਨੀਂਹ ਹੈ ਜਿਹੜੀ ਉਹ ਰੱਖੀ ਜਾਏਗੀ, ਉਹ ਕੈਰੀਅਰ ਜਦੋਂ ਉਹਨਾਂ ਦਾ ਗੁਰਦੁਆਰਾ ਸਾਹਿਬ ਦੀ ਸੰਸਥਾ ਦੇ ਰਾਹੀਂ ਬਣਿਆ ਹੋਏਗਾ, ਤੇ ਸਿੱਖੀ ਜਿਹੜੀ ਆ ਉਹਨਾਂ ਦੀਆਂ ਰਗਾਂ ਦੇ ਵਿੱਚ ਫਿਰ ਰਚ ਜਾਏਗੀ। ਉਹ ਚਾਹੇ MIT ਭੇਜ ਦੋ, ਚਾਹੇ ਹਾਰਵਰਡ ਭੇਜ ਦੋ, ਚਾਹੇ ਖੇਡਾਂ ਦੇ ਵਿੱਚ ਉਹ ਉੱਚੀਆਂ ਛਾਲਾਂ ਮਾਰ ਲੈਣ, ਤੇ ਆਪਣੇ ਜੀਵਨ ਦਾ ਜੋ ਅਸਲੀ ਉਦੇਸ਼ ਆ, ਆਪਣੇ ਜੀਵਨ ਦਾ ਜੋ ਇਹ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣਾ, ਆਪਣੇ ਧਰਮ ਦੇ ਨਾਲ ਜੁੜੇ ਰਹਿਣਾ, ਉਹ ਫਿਰ ਨਹੀਂ ਹੋਏਗਾ। ਨਹੀਂ ਤੇ ਫਿਰ ਹਰਭਜਨ ਸਿੰਘ ਵਰਗੇ ਨਿਕਲਣਗੇ, ਜਿਨ੍ਹਾਂ ਨੇ ਕੇਸ ਕੱਟੇ ਹੋ ਆ, ਬਾਲ ਕਦੇ ਪਿੱਛੇ ਨੂੰ ਵਗ ਕੇ, ਕਦੇ ਸ਼ਰਾਬ ਦੀ ਮਸ਼ਹੂਰੀ ਕਰਦੇ ਆ, ਜਾਂ ਕੋਈ ਹੋਰ ਤਰ੍ਹਾਂ ਦੇ ਪਲੇਅਰ ਨਿਕਲਣਗੇ, ਜਿਹੜੇ ਮੁੜ ਕੇ ਸਿੱਖੀ ਦੇ ਲਈ ਮੁੜ ਕੇ ਸ਼ਰਮ ਦਾ ਕਾਰਨ ਬਣ ਜਾਂਦੇ, ਦਾਗ ਦਾ ਕਾਰਨ ਬਣ ਜਾਂਦੇ ਆ। ਜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਜ਼ਿੰਦਗੀ ਬਣਾਈ ਹੋਵੇ, ਉੱਥੋਂ ਇਹ ਬੱਚੇ ਨਿਕਲੇ ਹੋਣ ਪੜ੍ਹ ਲਿਖ ਕੇ, ਤੇ ਫਿਰ ਇਹ ਇਹੋ ਜਿਹੇ ਕੰਮ ਆ ਜਿਹੜੇ ਉਹ ਨਹੀਂ ਕਰਨਗੇ। ਸੋ ਜੇ 6 ਗੁਰਦੁਆਰਾ ਸਾਹਿਬ ਸ਼ਹਿਰ ਦੇ ਵਿੱਚ, ਇੱਕ ਗੁਰਦੁਆਰਾ ਸਾਹਿਬ ਖੇਡਾਂ ਦੀ ਜ਼ਿੰਮੇਵਾਰੀ ਲੈ ਲਵੇ, ਇੱਕ ਪੜ੍ਹਾਈ ਦੀ ਲੈ ਲਵੇ, ਇੱਕ ਮਾਂ ਬੋਲੀ ਵਾਲੀ ਲੈ ਲਵੇ, ਬੱਚਿਆਂ ਦੀਆਂ ਕਲਾਸਾਂ, ਇੱਕ ਵੱਡਿਆਂ ਦੀਆਂ ਕਲਾਸਾਂ, ਇਸ ਤਰ੍ਹਾਂ ਵੰਡ ਕੇ ਜਿਹੜੇ ਕੰਮ ਆ ਉਹ ਕੀਤੇ ਜਾ ਸਕਦੇ ਆ। ਸੋ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਸਾਨੂੰ ਇਹ ਸਿੱਖਿਆ ਲੈਣੀ ਪਏਗੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਖੇਡਾਂ ਦਾ, ਪੜ੍ਹਾਈ ਦਾ ਤੇ ਮਾਂ ਬੋਲੀ ਦਾ ਪ੍ਰਬੰਧ, ਸਿਖਲਾਈ ਦਾ ਪ੍ਰਬੰਧ ਜਿਹੜਾ ਆ ਉਹ ਬੜਾ ਜ਼ਰੂਰੀ ਤੌਰ ਦੇ ਉੱਪਰ ਕੀਤਾ ਜਾਣਾ ਚਾਹੀਦਾ। ਹੁਣ ਆ ਗਏ ਅਗਲੇ ਗੁਰੂ ਪਾਤਸ਼ਾਹ, ਜਿਹੜੇ ਗੁਰੂ ਅਮਰਦਾਸ ਜੀ ਮਹਾਰਾਜ। ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਤੋਂ ਗੁਰਦੁਆਰਾ ਸਾਹਿਬ ਨੇ ਜੋ ਸਮਾਜਿਕ ਕੁਰੀਤੀਆਂ ਦੇ ਖਿਲਾਫ ਵੀ ਲੜਾਈ ਲੜਨੀ ਆ। ਗੁਰਦੁਆਰਾ ਸਾਹਿਬ ਨੇ, ਉਹਨਾਂ ਨੇ ਸਾਨੂੰ ਸਤੀ ਪ੍ਰਥਾ ਦਾ ਅੰਤ ਕੀਤਾ, ਘੁੰਡ ਕੱਢਣਾ ਬੰਦ ਕੀਤਾ। ਜਿੰਨੀਆਂ ਵੀ ਸਮਾਜਿਕ ਕੁਰੀਤੀਆਂ, ਖਾਸ ਕਰਕੇ ਜਿਹੜੀਆਂ ਇਸਤਰੀ ਜਾਤੀ ਦੇ ਖਿਲਾਫ ਜਾਂਦੀਆਂ, ਉਹ ਸਮਾਜਿਕ ਕੁਰੀਤੀਆਂ ਜਿਹੜੀਆਂ ਆ ਉਹਦੇ ਤੇ ਜ਼ਰੂਰ ਗੁਰਦੁਆਰਾ ਸਾਹਿਬ ਨੂੰ ਕੰਮ ਕਰਨਾ ਪਏਗਾ। ਉਹ ਸਮਾਜਿਕ ਕੁਰੀਤੀਆਂ ਨਾਲ, ਖਾਸ ਕਰਕੇ ਇਸਤਰੀ ਜਾਤੀ ਦੇ ਪ੍ਰਤੀ ਉਹ ਕੁਰੀਤੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਆਪਣਾ ਰੋਲ ਹੈ ਜਿਹੜਾ ਉਹ ਨਿਭਾਉਣਾ ਪਏਗਾ। ਪਰ ਅੱਜ ਦੇਖਣ ਚ ਆਉਂਦਾ ਕਿ ਗੁਰਦੁਆਰਾ ਸਾਹਿਬ ਨੇ ਸਮਾਜਿਕ ਕੁਰੀਤੀਆਂ ਨੂੰ ਰੋਕਣਾ ਤੇ ਕੀ ਆ, ਸਗੋਂ ਗੁਰਦੁਆਰਾ ਸਾਹਿਬਾਨ ਉਹਨਾਂ ਸਮਾਜਿਕ ਕੁਰੀਤੀਆਂ ਦੇ ਕੇਂਦਰ ਬਣਦੇ ਜਾ ਰਹੇ ਆ। ਰੱਖੜੀਆਂ ਬੰਨ੍ਹਦੇ ਆ ਲੋਕੀ ਜਾ ਕੇ ਜੋ ਪੀੜਾ ਸਾਹਿਬ ਨੂੰ, ਪਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ। ਲੋਹੜੀਆਂ ਗੁਰਦੁਆਰਾ ਸਾਹਿਬ 'ਚ ਮਨਾਈਆਂ ਜਾਂਦੀਆਂ, ਉੱਥੇ ਧੂਣੇ ਬਾਲੇ ਜਾਂਦੇ ਆ, ਪਰ ਗੁਰਦੁਆਰਾ ਸਾਹਿਬ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ। ਤੇ ਇਸ ਤਰ੍ਹਾਂ ਦੀਆਂ ਹੋਰ ਸਮਾਜਿਕ ਕੁਰੀਤੀਆਂ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਨੇ ਰੋਕਣੀਆਂ ਆ, ਨਾ ਕਿ ਉਹਨਾਂ ਨੂੰ ਅੱਗੇ ਵਧਾਉਣ ਦੇ ਵਿੱਚ ਆਪਣਾ ਰੋਲ ਅਦਾ ਕਰਨਾ। ਜੇਕਰ ਗੁਰਦੁਆਰਾ ਸਾਹਿਬ ਅੱਗੇ ਵਧਾਉਣ ਦੇ ਵਿੱਚ ਰੋਲ ਅਦਾ ਕਰਦਾ ਆ, ਤੇ ਫਿਰ ਉਹ ਪੁਜਾਰੀਵਾਦ ਬਣ ਜਾਏਗਾ, ਉਹ ਗੁਰੂ ਦਾ ਦੁਆਰ ਨਹੀਂ ਰਹੇਗਾ। ਗੁਰੂ ਦੇ ਆਸ਼ੇ ਅਨੁਸਾਰ ਉਹ ਸੰਸਥਾ ਜਿਹੜੀ ਆ ਉਹ ਨਹੀਂ ਰਹੇਗੀ। ਗੁਰੂ ਅਮਰਦਾਸ ਪਾਤਸ਼ਾਹ, ਤੀਜੇ ਪਾਤਸ਼ਾਹ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਸਮਾਜਿਕ ਕੁਰੀਤੀਆਂ ਦੇ ਖਿਲਾਫ ਗੁਰਦੁਆਰਾ ਸਾਹਿਬ ਨੇ ਆਪਣੀ ਲੜਾਈ ਹੈ ਜਿਹੜੀ ਉਹ
ਲੜਨੀ ਹੈ ਸੰਸਥਾਗਤ ਤੌਰ ਤੇ, ਚਾਹੇ ਉਹ ਸਵੇਰੇ ਸ਼ਾਮ ਦੀ ਸ਼ਬਦ ਦੀ ਵਿਚਾਰ ਹੋਵੇ ਉਹਦੇ ਰਾਹੀਂ, ਜਾਂ ਹੋਰ ਬਹੁਤ ਸਾਰੇ ਤਰੀਕੇ ਸਮਾਜ ਨੂੰ ਸਿੱਖਿਅਤ ਕਰਨਾ, ਕਿਉਂਕਿ ਅੱਗੇ ਤੋਂ ਅੱਗੇ ਜਿੰਨੀਆਂ ਵੀ ਸੰਸਥਾਵਾਂ ਇਹਦੇ ਵਿੱਚੋਂ ਨਿਕਲਦੀਆਂ ਜਾਣਗੀਆਂ, ਪਿਛਲੇ ਗੁਰੂ ਸਾਹਿਬਾਨ ਦਾ ਯੋਗਦਾਨ ਨਾਲ ਨਾਲ ਉਹਦੇ ਵਿੱਚ ਪ੍ਰਗਟ ਹੁੰਦਾ ਜਾਏਗਾ। ਜਦੋਂ ਸ਼ਬਦ ਗੁਰੂ ਦਾ ਪ੍ਰਚਾਰ ਕਰਾਂਗੇ ਤੇ ਸਮਾਜਿਕ ਕੁਰੀਤੀਆਂ ਆਪਣੇ ਆਪ ਦੂਰ ਹੋਣਗੀਆਂ। ਜਦੋਂ ਪੜ੍ਹਾਈ ਦਾ ਪ੍ਰਬੰਧ ਹੋਏਗਾ, ਉਹਦੇ ਨਾਲ ਐਜੂਕੇਸ਼ਨ ਦੇ ਨਾਲ ਵੀ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ। ਛੋਟੇ ਬੱਚਿਆਂ ਦੀਆਂ ਕਲਾਸਾਂ ਲਾਵਾਂਗੇ, ਉਹ ਰੱਖੜੀ ਵਰਗੇ ਤਿਉਹਾਰਾਂ ਤੋਂ, ਹੋਰ ਬਹੁਤ ਸਾਰੀਆਂ ਕੁਰੀਤੀਆਂ ਤੋਂ ਹੌਲੀ ਹੌਲੀ ਆਪਣੇ ਆਪ ਜੋ ਹੈ ਉਹ ਦੂਰ ਹੁੰਦੇ ਚਲੇ ਜਾਣਗੇ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਪਹਿਲੀ ਵਾਰ ਸਿੱਖ ਇਤਿਹਾਸ ਦੇ ਵਿੱਚ ਨਿਸ਼ਾਨ ਸਾਹਿਬ ਲਗਾਇਆ ਸੀ, ਚਿੱਟੇ ਰੰਗ ਦਾ। ਸੋ ਨਿਸ਼ਾਨ ਸਾਹਿਬ ਜਿਹੜਾ ਆ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਹੋਣਾ ਬੜਾ ਜ਼ਰੂਰੀ ਆ। ਗੁਰੂ ਪਾਤਸ਼ਾਹ ਨੇ ਪਹਿਲੀ ਵਾਰ ਨਿਸ਼ਾਨ ਸਾਹਿਬ ਗੋਇੰਦਵਾਲ ਸਾਹਿਬ ਪਾਤਸ਼ਾਹ ਦੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਲਗਾਇਆ ਸੀ। ਨਿਸ਼ਾਨ ਸਾਹਿਬ ਤੋਂ ਬਿਨਾਂ ਵੀ ਗੁਰਦੁਆਰਾ ਸਾਹਿਬ ਦੀ ਹੋਂਦ ਹੈ ਜਿਹੜੀ, ਉਹਦੇ ਜਿਹੜੀ ਹੋਂਦ ਦਾ ਆਪਾਂ ਤਸੱਵਰ ਵੀ ਨਹੀਂ ਕਰ ਸਕਦੇ। ਆਪਾਂ ਦੇਖਦੇ ਕਈ ਜਿਹੜੇ ਡੇਰੇ ਆ, ਉਹ ਨਿਸ਼ਾਨ ਸਾਹਿਬ ਲਗਾਉਣ ਤੋਂ ਮਨਾ ਕਰ ਦਿੰਦੇ ਆ, ਨਿਸ਼ਾਨ ਸਾਹਿਬ ਨਹੀਂ ਲਗਾਉਂਦੇ। ਉਹਨਾਂ ਦੇ ਕਹਿਣ ਦਾ ਖਾਸ ਤੌਰ ਤੇ ਬਗਾਵਤ ਕਰ ਦਿੰਦੇ ਕਿ ਸਾਡਾ ਗੁਰਦੁਆਰਾ ਸਾਹਿਬ ਨਹੀਂ, ਕੋਈ ਕਹਿੰਦਾ ਕਿ ਸਾਡਾ ਠਾਠ ਆ, ਕੋਈ ਆਖਦਾ ਕੁਝ ਆ। ਨਿਸ਼ਾਨ ਸਾਹਿਬ ਲਗਾਉਣਾ ਇਹ ਗੁਰਦੁਆਰਾ ਸਾਹਿਬ ਦੀ ਨਿਸ਼ਾਨੀ ਹੁੰਦੀ ਆ। ਭਾਈ ਕਾਹਨ ਸਿੰਘ ਜੀ ਨਾਭਾ ਨੇ ਵੀ, ਜਿਵੇਂ ਮੈਂ ਪਹਿਲੇ ਜ਼ਿਕਰ ਕਰ ਚੁੱਕਾ, ਕਿ ਨਿਸ਼ਾਨ ਸਾਹਿਬ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਇੱਥੇ ਗੁਰਦੁਆਰਾ ਸਾਹਿਬ ਇਸ ਪਿੰਡ ਦੇ ਵਿੱਚ, ਇਸ ਜਗ੍ਹਾ ਦੇ ਵਿੱਚ ਹੈ। ਉੱਚਾ ਨਿਸ਼ਾਨ ਸਾਹਿਬ ਜਿਹੜਾ ਕਿ ਦੂਰੋਂ ਸਾਨੂੰ ਨਜ਼ਰ ਆਉਂਦਾ ਹੋਵੇ, ਉਹ ਨਿਸ਼ਾਨ ਸਾਹਿਬ ਜ਼ਰੂਰ ਹੋਣਾ ਚਾਹੀਦਾ। ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਹਿਲੀ ਵਾਰ ਸਿੱਖ ਇਤਿਹਾਸ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਉੱਪਰ, ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਨਿਸ਼ਾਨ ਸਾਹਿਬ ਲਗਾਇਆ ਸੀ। ਹੁਣ ਆਪਾਂ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਯੋਗਦਾਨ ਦਿੱਤਾ, ਉਹਦੇ ਤੋਂ ਗੁਰਦੁਆਰਾ ਸੰਸਥਾ ਜੋ ਹੈ ਉਹ ਕੀ ਆਪਾਂ ਉਹਦੇ ਤੋਂ ਸੇਧ ਲੈ ਸਕਦੇ ਹਾਂ। ਗੁਰੂ ਦਾ ਸਿੱਖ ਨਾ ਸਿਰਫ ਪੜ੍ਹਨ ਲਿਖਣ ਦੇ ਵਿੱਚ ਚੰਗਾ ਹੋਵੇ, ਗੁਰੂ ਦਾ ਸਿੱਖ ਵਪਾਰੀ ਵੀ ਹੋਵੇ, ਧੰਦੇ ਵੀ ਜਾਣਦਾ ਹੋਵੇ। ਇਹ ਨਹੀਂ ਕਿ ਸਿਰਫ ਹਰ ਬੱਚਾ ਪੜ੍ਹਾਈ ਦੇ ਵਿੱਚ ਨਹੀਂ ਅੱਗੇ ਵੱਧ ਸਕਦਾ, ਹਰ ਬੱਚਾ ਖੇਡਾਂ ਦੇ ਵਿੱਚ ਅੱਗੇ ਨਹੀਂ ਜਾ ਸਕਦਾ, ਹਰ ਬੱਚਾ ਹੋਰ ਤਰੀਕੇ ਦੇ ਨਾਲ, ਜਿਹੜੇ ਵੀ ਤਰੀਕੇ ਦੇ ਵਿੱਚ ਉਹਨੂੰ ਅੱਗੇ ਵਧਣਾ ਆ, ਉਹ ਧੰਦਾ, ਉਹ ਵਪਾਰ, ਗੁਰੂ ਦਾ ਸਿੱਖ ਚੰਗਾ ਵਪਾਰੀ ਵੀ ਹੋਣਾ ਚਾਹੀਦਾ। ਗੁਰੂ ਪਾਤਸ਼ਾਹ ਨੇ 52 ਤਰ੍ਹਾਂ ਦੇ ਧੰਦਿਆਂ ਵਾਲੇ ਜੋ ਰਾਮਦਾਸਪੁਰ ਵਿਖੇ ਲਿਆ ਕੇ ਵਸਾਏ, ਤੇ ਹਰ ਧੰਦੇ ਦੇ ਵਿੱਚ ਅੱਜ ਜੇਕਰ ਗੁਰਦੁਆਰਾ ਸਾਹਿਬ ਸੰਸਥਾ ਨੇ ਆਪਣਾ ਇਹ ਜਿਹੜੀ ਜ਼ਿੰਮੇਵਾਰੀ ਸਮਝੀ ਹੁੰਦੀ, ਅੱਜ ਅਸੀਂ ਦੇਖਦੇ ਪੰਜਾਬ ਦੇ ਅੰਦਰ ਹੀ ਗੁਰਸਿੱਖ ਬੱਚੇ ਆ ਜਿਹੜੇ ਉਹ ਵਿਹਲੇ ਤੁਰੇ ਫਿਰਦੇ ਆ, ਉਹਨਾਂ ਦੇ ਹੱਥਾਂ ਦੇ ਵਿੱਚ ਇੰਜੀਨੀਅਰਿੰਗ ਦੀਆਂ ਡਿਗਰੀਆਂ ਆ, ਪਰ ਉਹ ਵਪਾਰ ਨਹੀਂ ਕਰ ਪਾਉਂਦੇ। ਵਪਾਰ ਉਹਨਾਂ ਨੂੰ ਦੁਕਾਨ ਖੋਲ ਕੇ ਦਓ, ਉਹਦੇ 'ਚ ਫੇਲ ਹੋ ਜਾਂਦੇ ਆ। ਹੋਰ ਧੰਦੇ ਦੇ ਵਿੱਚ ਪਾਓ ਤੇ ਉਹ ਧੰਦਾ ਹੱਥੀਂ ਕਰਨ ਦੇ ਯੋਗ ਹੀ ਨਹੀਂ ਹੁੰਦੇ। ਇੰਜੀਨੀਅਰ ਬਣ ਜਾਂਦੇ, ਡਾਕਟਰ ਬਣ ਜਾਂਦੇ, MBA ਕਰ ਲੈਂਦੇ ਆ, ਤੇ ਪਰ ਆਪਣੇ ਹੱਥੀਂ ਉਹ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ। ਸੋ ਜਿਹੜਾ ਹੱਥੀਂ ਕੰਮ ਕਰਨ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਆ, ਜਿਹੜਾ ਸਾਰਾ ਉਹ ਤਰੀਕਾ ਹੈ, ਉਹਦੇ ਤੇ ਕਬਜ਼ਾ ਹੋ ਗਿਆ ਜਿਹੜੇ ਅਨਮਤੀ ਲੋਕ ਆ ਬਾਹਰਲੇ ਸੂਬਿਆਂ ਤੋਂ ਆ ਕੇ, ਚਾਹੇ ਉਹ ਪੱਥਰ ਲਾਉਣਾ ਹੋਵੇ, ਚਾਹੇ ਉਹ ਉਸਾਰੀ ਕਰਨੀ ਹੋਵੇ, ਚਾਹੇ ਉਹ ਰੇਹੜੀ ਲਾ ਕੇ ਸ਼ਾਮ ਨੂੰ ਲੋਕਾਂ ਦੇ ਭੋਜਨ ਦਾ, ਚਾਹੇ ਉਹ ਸਾਫ਼ ਸੁਥਰਾ ਹੋਵੇ ਨਾ ਹੋਵੇ, ਉਹ ਵੱਖਰੀ ਗੱਲ ਆ। ਪਰ ਉਹ ਜਿਹੜੇ ਫਰੂਟਾਂ ਦੀਆਂ ਰੇਹੜੀਆਂ ਵਾਲੇ, ਜੋ ਕੁਲਚਿਆਂ ਦੀਆਂ ਰੇਹੜੀਆਂ ਵਾਲੇ, ਗੋਲ ਗੱਪਿਆਂ ਵਾਲੇ, ਇਹਦੇ 'ਚ ਕਦੇ ਵੀ ਤੁਹਾਨੂੰ ਸਰਦਾਰ ਬੰਦਾ ਨਹੀਂ ਦਿਸਦਾ। ਪੱਥਰ ਲਾਉਣ ਵਾਲੇ, ਉਸਾਰੀ ਵਾਲੇ ਮਜ਼ਦੂਰ, ਉਸਾਰੀ ਵਾਲੇ ਮਿਸਤਰੀ, ਠੇਕੇਦਾਰ ਬਹੁਤ ਘੱਟ ਹੋਣਗੇ। ਜਿਹੜੇ ਹੋਰ ਵੀ ਇਸ ਤਰ੍ਹਾਂ ਦੇ ਧੰਦੇ ਜਿਹੜੇ ਆ, ਫਰਿੱਜ ਠੀਕ ਕਰਨ ਵਾਲੇ ਜਿਹੜੇ, ਉਹ ਵੀ ਨਹੀਂ ਮਿਲਦੇ ਸਾਨੂੰ ਗੁਰਸਿੱਖ, ਕਿਉਂਕਿ ਹਲਵਾਈ ਗੁਰਸਿੱਖ ਲੱਭਣੇ ਬੜੇ ਮੁਸ਼ਕਲ ਹੋਏ ਆ, ਬਹੁਤ ਘੱਟ ਮਿਲਣਗੇ ਸਾਨੂੰ। ਪਰ ਚਲੋ ਹੋ ਸਕਦਾ ਅੰਮ੍ਰਿਤਸਰ 'ਚ ਕੁਝ ਮਿਲ ਵੀ ਜਾਣ, ਪਰ ਆਮ ਜਿੱਥੇ ਵੀ ਤੁਸੀਂ ਵਿਆਹਾਂ ਤੇ ਜਾਂਦੇ, ਰੈਸਟੋਰੈਂਟਾਂ ਜਾਂਦੇ, ਕੋਕਿਆ ਜਿਹੜਾ ਨੇਪਾਲੀ ਮਿਲੇਗਾ, ਕੋਕਿਆ ਜਿਹੜਾ ਹੋਰ ਜਗ੍ਹਾ ਤੋਂ ਆਇਆ ਹੋਇਆ ਮਿਲੇਗਾ, ਹਿਮਾਚਲੀ ਮਿਲੇਗਾ। ਪਰ ਗੁਰਸਿੱਖ ਜਿਹੜੇ ਆ ਬੱਚੇ, ਉਹਨਾਂ ਦਾ ਇਹਨਾਂ ਧੰਦਿਆਂ ਵੱਲ ਕਦੇ ਧਿਆਨ ਹੀ ਨਹੀਂ ਗਿਆ। ਹਾਲਾਂਕਿ ਬਹੁਤ ਕਮਾਈ ਵਾਲੇ ਧੰਦੇ ਆ, ਇਹਦੇ ਵਿੱਚ ਬਹੁਤ ਸਾਰਾ ਫਾਇਦਾ ਕਮਾ ਕੇ ਆਪਣੀ ਕੌਮ ਦਾ ਅਸੀਂ ਭਲਾ ਕਰ ਸਕਦੇ ਹਾਂ। ਜੇਕਰ ਸਾਡੇ ਬੱਚੇ ਚੰਗੀ ਤਰ੍ਹਾਂ ਸੈੱਟ ਹੋਣ, ਇਹਨਾਂ ਧੰਦਿਆਂ ਦੇ ਵਿੱਚ ਜਾ ਕੇ ਫਿੱਟ ਹੋਣਾ ਉਹਨਾਂ ਨੂੰ ਆ ਜਾਵੇ, ਤਾਂ ਫਿਰ ਉਹ ਬਾਹਰ ਜਾਣ ਦਾ ਜਿਹੜਾ ਟਰੈਂਡ ਆ, ਸਾਡਾ ਪੰਜਾਬ ਵੀ ਇਹਦੇ ਨਾਲ ਬਚ ਸਕਦਾ ਆ। ਤੁਸੀਂ ਅੰਮ੍ਰਿਤਸਰ ਤੋਂ ਚੱਲ ਪਓ, ਦਿੱਲੀ ਤੱਕ ਚਲੇ ਜਾਓ, ਅੰਮ੍ਰਿਤਸਰ ਤੋਂ ਚੱਲ ਪਓ, ਬਠਿੰਡੇ ਵੱਲ ਚਲ ਜਾਓ, ਸਾਰਾ ਪੰਜਾਬ ਗਾ ਲਓ, ਤੁਹਾਨੂੰ ਕਿਤੇ ਵੀ ਰੇਹੜੀਆਂ ਵਾਲੇ ਬਹੁਤ ਘੱਟ ਮਿਲੇਗਾ ਜੋ ਸਰਦਾਰ ਆ। ਜਿਹੜੇ ਹਾਲਾਂਕਿ ਮੈਂ ਕਈ ਵਾਰ ਸਰਵੇ ਕਰਕੇ ਵੀ ਦੇਖਿਆ, ਇੱਕ ਮੈਂ ਹਲਕੀ ਜਿਹੀ ਰੇਹੜੀ ਜਿਹੜੀ ਸ਼ਹਿਰ ਦੇ ਵਿੱਚ, ਆਦਮਪੁਰ ਛੋਟਾ ਜਿਹਾ ਸ਼ਹਿਰ, ਉੱਥੇ ਮੈਂ ਸਰਵੇ ਕੀਤਾ, ਤੇ ਘੱਟ ਤੋਂ ਘੱਟ ਸੇਲ ਆ ਜਿਹੜੀ ਉਹ 5000 ਆ ਫਰੂਟ ਦੀ, ਛੋਟੀ ਤੋਂ ਛੋਟੀ ਰੇਹੜੀ ਵਾਲੇ ਦੀ ਵੀ, ਰੋਜ਼ਾਨਾ ਦੀ।
ਤੇ ਜੇ ਉਹ 30% ਵੀ ਕਮਾਵੇ, 40% ਵੀ ਕਮਾਵੇ, ਤੇ 2000 ਰੁਪਇਆ ਕਿਤੇ ਨਹੀਂ ਉਹ ਛੱਡਦਾ। ਇਹ ਬਹੁਤ ਛੋਟੇ ਜਿਹੇ ਰੇਹੜੀ ਵਾਲੇ ਦੀ ਮੈਂ ਗੱਲ ਕਰਦਾ। ਵੱਡੇ ਸਬਜ਼ੀਆਂ ਵਾਲੇ, ਵੱਡੇ ਰੇਹੜੀਆਂ ਵਾਲੇ, ਵੱਡੇ ਜਿਹੜੇ ਕੁਲਚਿਆਂ ਵਾਲੇ, ਬਰਗਰ ਵਾਲੇ, ਹੋਰ ਬਹੁਤ ਸਾਰੇ ਧੰਦੇ, ਸਾਡੇ ਫਰਿੱਜ ਠੀਕ ਕਰਨ ਵਾਲੇ, ਏਸੀ ਠੀਕ ਕਰਨ ਵਾਲੇ, ਏਸੀ ਰਿਪੇਅਰ 'ਚ ਪੱਥਰ ਲਾਉਣ ਵਾਲੇ, ਵੱਡੇ ਠੇਕੇਦਾਰ, ਇਲੈਕਟ੍ਰੋਨਿਕਸ ਨੂੰ ਠੀਕ ਕਰਨ ਵਾਲੇ, ਇਹਦੇ ਵਿੱਚ ਸਾਡੇ ਬੱਚੇ ਜਿਹੜੇ ਆ ਨਹੀਂ ਜਾ ਰਹੇ। ਜਿਹੜੇ ਬੱਚੇ ਬਹੁਤ ਜ਼ਿਆਦਾ ਤਕੜੇ ਇੰਜੀਨੀਅਰ ਵੀ ਨਹੀਂ ਬਣ ਸਕਦੇ, ਜਿਹੜੇ ਬੱਚੇ ਬਹੁਤ ਜ਼ਿਆਦਾ ਹੋਰ ਪੜ੍ਹਾਈ ਲਿਖਾਈ 'ਚ ਨਹੀਂ ਜਾ ਸਕਦੇ, ਉਹ ਇਹਨਾਂ ਧੰਦਿਆਂ ਨੂੰ ਸਿੱਖ ਸਕਦੇ ਆ। ਤੇ ਵਪਾਰ ਦਾ ਠੀਕ ਹੈ ਕਿ ਸਾਡੀ ਕੁਛ ਕਮਿਊਨਿਟੀ ਹੈਗੀ ਜਿਹਨਾਂ ਨੂੰ ਆਪਾਂ ਭਾਪੇ ਕਹਿ ਕੇ ਕਈ ਵਾਰ ਤਿਰਸਕਾਰ ਵੀ ਦਿੰਦੇ ਆ। ਵਪਾਰ ਉਹ ਬਹੁਤ ਵਧੀਆ ਕਰਦੇ ਆ, ਬਹੁਤ ਤਰੀਕੇ ਦੇ ਨਾਲ, ਪਰ ਆਮ ਸਿੱਖ ਹੈ ਜਿਹੜਾ ਉਹ ਜਦੋਂ ਇਹਨਾਂ ਦੇ ਮੁਕਾਬਲੇ 'ਚ ਖੜਾ ਹੁੰਦਾ, ਕਿਤਾਬਾਂ ਦੀਆਂ ਦੁਕਾਨਾਂ, ਮਾਈ ਹੀਰਾ ਗੇਟ ਜਾ ਕੇ ਦੇਖ ਲਓ, ਕਿਤਾਬਾਂ ਦੀਆਂ ਦੁਕਾਨਾਂ ਵਾਲਾ ਤੁਹਾਨੂੰ ਕੋਈ ਸਰਦਾਰ ਮਿਲੇਗਾ, ਬਹੁਤ ਘੱਟ। ਇਹ ਵਪਾਰ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਜਿਹੜੀ ਤਰੱਕੀ ਆ, ਉਹ ਆਪਣੇ ਬੱਚਿਆਂ ਨੂੰ ਇਸ ਪਾਸੇ ਵੱਲ ਵੀ ਆਪਾਂ ਲਾ ਕੇ ਰਾਜੀ ਨਹੀਂ, ਕਿਉਂਕਿ ਇਹ ਚੰਗੀ ਟ੍ਰੇਨਿੰਗ ਮੰਗਦਾ। ਪਹਿਲਾਂ ਬਹੁਤ ਔਖੇ ਹੋ ਕੇ ਵੀ ਦਿਨ ਕੱਟਣੇ ਪੈਂਦੇ, ਕਿਸੇ ਦੁਕਾਨ ਤੇ ਕੰਮ ਕਰਨਾ ਪੈਂਦਾ, ਕਿਸੇ ਨਾਲ ਰਹਿ ਕੇ ਸਿੱਖਣਾ ਪੈਂਦਾ, ਉਹਦੇ ਥੱਲੇ ਰਹਿ ਕੇ ਕੰਮ ਕਰਨਾ ਪੈਂਦਾ। ਸੋ ਇਹ ਸਾਰੇ ਧੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਦੱਸੇ ਕਿ ਧੰਦੇ ਜਿਹੜੇ ਗੁਰਦੁਆਰਾ ਸਾਹਿਬ ਇਹਨਾਂ ਨੂੰ ਸਿਖਾਉਣ ਦਾ ਕੋਈ ਨਾ ਕੋਈ ਪ੍ਰਬੰਧ ਕਰੇ। ਗੁਰਦੁਆਰਾ ਸਾਹਿਬ ਤੋਂ ਇਹ ਇਸ ਤਰ੍ਹਾਂ ਦਾ ਕੁਝ ਨਾ ਕੁਝ, ਚਾਹੇ ਉਹ ਸ਼੍ਰੋਮਣੀ ਕਮੇਟੀ ਲਵੇ ਜ਼ਿੰਮੇਵਾਰੀ, ਕੋਈ ਇਸ ਤਰ੍ਹਾਂ ਦੇ ਕਾਲਜ, ਛੋਟੇ-ਛੋਟੇ ਧੰਦਿਆਂ ਨੂੰ ਸਿਖਾਉਣ ਵਾਲੇ, ਟ੍ਰੇਨਿੰਗ ਕਰਨ ਵਾਲੇ ਕਾਲਜ, ITI ਵਗੈਰਾ, ਜਾਂ ਹੋਰ ਉਹਦਾ ਨਾਮ ਰੱਖ ਕੇ, ਆਪਾਂ ਸਿੱਖ ਨਾਮ ਰੱਖ ਕੇ, ਉਹ ਇਹ ਜ਼ਰੂਰ ਕੀਤਾ ਜਾਣਾ ਚਾਹੀਦਾ। ਗੁਰਦੁਆਰਾ ਸਾਹਿਬ ਤੋਂ ਇਹ ਹੋਣਾ ਚਾਹੀਦਾ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਫਿਰ ਦਰਬਾਰ ਸਾਹਿਬ ਵੀ ਦਿੱਤਾ। ਇਹ ਵੀ ਇੱਕ ਬਹੁਤ ਵੱਡੀ ਕਿ ਕੇਂਦਰੀ ਸੰਸਥਾ ਜਿਹੜੀ ਸਾਨੂੰ ਉਹ ਪ੍ਰੋਵਾਈਡ ਕਰਾਈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਇਵੇਂ ਜੇ ਪਿੰਡ ਦੇ ਵਿੱਚ ਗੁਰਦੁਆਰਾ ਆ, ਉਹ ਪਿੰਡ ਦੀ ਇੱਕ ਕੇਂਦਰੀ ਸੰਸਥਾ ਹੋਣੀ ਚਾਹੀਦੀ ਆ। ਉਹਦਾ ਰੁਤਬਾ ਜਿਹੜਾ, ਜੇ ਦਰਬਾਰ ਸਾਹਿਬ ਆ, ਅਕਾਲ ਤਖ਼ਤ ਸਾਹਿਬ, ਉਹਦਾ ਰੁਤਬਾ ਮੁੱਖ ਮੰਤਰੀ ਤੋਂ, ਪ੍ਰਧਾਨ ਮੰਤਰੀ ਤੋਂ ਉੱਚਾ ਹੋਣਾ ਚਾਹੀਦਾ। ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਰੁਤਬਾ, ਗੁਰਦੁਆਰਾ ਸਾਹਿਬ ਦੀ ਆਰਗੇਨਾਈਜੇਸ਼ਨ ਦਾ ਰੁਤਬਾ ਜਿਹੜਾ ਪੰਚਾਇਤ ਤੋਂ ਉੱਚਾ ਹੋਣਾ ਚਾਹੀਦਾ। ਇਹੋ ਜਿਹੇ ਪ੍ਰਬੰਧਕ ਜਿਹੜੇ ਆ ਉਹ ਹੋਣੇ ਚਾਹੀਦੇ। ਕੇਂਦਰੀ ਸਥਾਨ ਹੋਵੇ ਜਿਹੜਾ, ਜੇ ਪਿੰਡ ਦੇ ਵਿੱਚ ਪਿੰਡ ਦਾ ਕੇਂਦਰੀ ਸਥਾਨ ਹੋਵੇ, ਜੇ ਸ਼ਹਿਰ ਦੇ ਵਿੱਚ ਆ ਤੇ ਉਹ ਸ਼ਹਿਰ ਦਾ ਕੇਂਦਰੀ ਸਥਾਨ ਹੋਵੇ। ਉੱਥੇ ਦੇ ਪ੍ਰਬੰਧਕਾਂ ਦਾ ਜੀਵਨ, ਉੱਥੋਂ ਦੇ ਪ੍ਰਬੰਧਕ ਜਿਹੜੇ ਕਰਨ ਵਾਲੇ ਆ, ਉਹ ਇਸ ਤਰ੍ਹਾਂ ਹੋਣ ਕਿ ਸਾਰੇ ਉਹਨਾਂ ਦੀ ਗੱਲ ਜਿਹੜੀ ਮੰਨਦੇ ਵੀ ਹੋਣ ਤੇ ਸੁਣਦੇ ਵੀ ਹੋਣ। ਇੱਕ ਤਰ੍ਹਾਂ ਲੀਡਰ ਹੋਣਾ ਚਾਹੀਦਾ। ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। ਇਹ ਜੋ ਜ਼ਿੰਦਗੀ ਦਾ ਇਹ ਪੱਖ ਹੈ ਜੋ। ਇਹ ਅਗਲਾ ਆਪਾਂ ਕਰਦੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਕਿ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਤੋਂ ਸਾਨੂੰ ਕੀ ਜੋ ਸਿੱਖਿਆ ਹੈ ਉਹ ਮਿਲਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਕੰਮ ਕੀਤਾ ਕਿ ਉਹਨਾਂ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਦੀ ਆਦਤ ਪਾਈ। ਹੁਣ ਇਹ ਸ਼ਾਇਦ ਗੁਰੂ ਅਰਜਨ ਪਾਤਸ਼ਾਹ ਜਾਣਦੇ ਹੋਣਗੇ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਆ। ਜਹਾਂਗੀਰ ਦਾ ਜਦੋਂ ਰਾਜ ਆਇਆ ਹੋਏਗਾ, ਉਹਨਾਂ ਨੇ ਭਾਂਪ ਲਿਆ ਹੋਏਗਾ। ਹੁਣ ਜੇਕਰ ਅਸੀਂ ਬੱਚੇ ਨੂੰ ਲੈ ਕੇ ਦੇਈਏ ਮੋਟਰਸਾਈਕਲ, ਤੇ ਉਹ ਚਲਾਉਣਾ ਆਪੇ ਸਿੱਖ ਜਾਂਦਾ ਹੌਲੀ ਹੌਲੀ। ਘਰ 'ਚ ਮੋਟਰਸਾਈਕਲ ਆ ਜਾਵੇ, ਘਰ 'ਚ ਗੱਡੀ ਆ ਜਾਵੇ, ਤੇ ਬੱਚੇ ਆਪਣੇ ਆਪ ਹੀ ਚਲਾਉਣਾ ਹੌਲੀ ਹੌਲੀ ਸਿੱਖ ਜਾਂਦੇ ਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਘੋੜਿਆਂ ਦਾ ਵਪਾਰ ਉਹਨਾਂ ਨੂੰ ਕਰਨਾ ਸਿਖਾਇਆ ਸਿੱਖਾਂ ਨੂੰ। ਇੱਕ ਤਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਉਹਨਾਂ ਨੂੰ ਵਪਾਰ ਸਿਖਾਇਆ ਸੀਗਾ, ਉਹ ਵਪਾਰ ਦੇ ਵਿੱਚ ਮਾਹਰ ਸੀ, ਤੇ ਉਹਦੇ ਵਿੱਚ ਘੋੜਿਆਂ ਦਾ ਵਪਾਰ ਸ਼ਾਮਲ ਕਰਤਾ ਗੁਰੂ ਅਰਜਨ ਪਾਤਸ਼ਾਹ ਨੇ। ਤੇ ਜਦੋਂ ਘੋੜਿਆਂ ਦਾ ਵਪਾਰ ਕਰਨ ਲੱਗ ਪਏ, ਘੋੜਸਵਾਰ ਉਹ ਆਪਣੇ ਆਪ ਬਣ ਗਏ। ਜਿਵੇਂ ਕੋਈ ਗੱਡੀ ਘਰ 'ਚ ਹੋਵੇ, ਆਪਣੇ ਆਪ ਉਹਦੀ ਸਵਾਰੀ ਕਰਨਾ ਬੰਦਾ ਸਿੱਖ ਜਾਂਦਾ, ਬੱਚੇ ਸਿੱਖ ਜਾਂਦੇ ਆ। ਤੇ ਵੀ ਘਰ ਦੇ ਵਿੱਚ ਘੋੜੇ ਹੋਣਗੇ, ਬੱਚੇ ਹੋਣਗੇ, ਹੌਲੀ ਹੌਲੀ ਆਪਣੇ ਆਪ ਬੰਦਾ ਜਿਹੜਾ ਉਹਦੀ ਸਵਾਰੀ ਕਰਨੀ ਸਿੱਖ ਜਾਂਦਾ। ਸੋ ਇੱਥੋਂ ਮੀਰੀ ਤੇ ਪੀਰੀ ਦੀ ਜੋ ਸ਼ੁਰੂਆਤ ਆ ਉਹ ਹੁੰਦੀ ਹੈ। ਮੀਰੀ ਤੇ ਪੀਰੀ ਘੋੜਿਆਂ ਦਾ ਵਪਾਰ ਕਰਨ ਨਾਲ ਇੱਕ ਵਪਾਰੀ ਬਣੇ, ਇੱਕ ਗੁਰਸਿੱਖ ਸਨ ਜੋ ਉਹ ਚੰਗੇ ਘੋੜਸਵਾਰ ਬਣਨੇ ਸ਼ੁਰੂ ਹੋ ਗਏ। ਇੱਕ ਗੁਰੂ ਅਰਜਨ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਹੁਣ ਜਦੋਂ ਗੁਰਦੁਆਰਾ ਸਾਹਿਬ ਦੀ ਸੰਸਥਾ ਦੇ ਵਿੱਚ ਇਹਦਾ ਅਸੀਂ ਯੋਗਦਾਨ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਆਪਣੇ ਬੱਚਿਆਂ ਦੇ ਲਈ ਚਾਹੇ ਗੱਤਕੇ ਦੀਆਂ ਕਲਾਸਾਂ ਦਾ ਪ੍ਰਬੰਧ ਕਰੇ, ਇੱਕ ਹੈਲਦੀ ਘੋੜਸਵਾਰ ਹੋਣ, ਚੰਗੇ ਰਾਈਡਰ ਹੋਣ, ਤੇ ਨਾਲ ਨਾਲ ਉਹਨਾਂ ਨੂੰ ਜੋ ਕੱਚੀ ਬਾਣੀ ਤੇ ਜੋ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿਹੜੀ ਡਿਫਰੈਂਸ ਆ ਉਹ ਜ਼ਰੂਰ ਪਤਾ ਹੋਣੀ ਚਾਹੀਦੀ। ਗੁਰਦੁਆਰਾ ਸਾਹਿਬ ਤੋਂ ਐਸੀ ਟ੍ਰੇਨਿੰਗ ਹੋਵੇ ਕਿ ਕੱਚੀ ਬਾਣੀ ਦੇਖਦਿਆਂ ਸੰਗਤ ਪਹਿਚਾਣ ਜਾਵੇ। ਕੱਚੀ ਬਾਣੀ ਨੂੰ ਮੱਥਾ ਟੇਕਣਾ ਬੰਦ ਕਰ ਦੇਵੇ ਸੰਗਤ, ਕੱਚੀ ਬਾਣੀ ਨੂੰ ਸੁਣਨਾ ਵੀ ਬੰਦ ਕੀਤਾ ਜਾ ਸਕਦਾ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਗੁਰੂ ਪਾਤਸ਼ਾਹ ਨੇ ਜੋ ਸਥਾਪਿਤ ਕਰ ਦਿੱਤਾ ਕਿ ਬਾਣੀ ਤੋਂ ਬਿਨਾਂ ਹੋਰ ਕੋਈ ਓਟ ਨਹੀਂ ਤੱਕਣੀ,
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਸੇ ਹੋਰ ਬਾਣੀ ਦੀ ਮਿਲਾਵਟ ਨਹੀਂ ਕੀਤੀ ਜਾ ਸਕਦੀ। ਜੇਕਰ ਗੁਰੂ ਗ੍ਰੰਥ ਸਾਹਿਬ ਜੀ 'ਚ ਉਹਨਾਂ ਨੇ ਇਸ ਕਰਕੇ ਇਹਨੂੰ ਲੜੀਵਾਰ ਸਰੂਪ ਵੀ ਦਿੱਤਾ, ਤਾਂ ਕਿ ਇੱਕ ਮਾਤਰਾ ਜਾਂ ਇੱਕ ਲਾਗ ਨੂੰ ਵੀ ਕੋਈ ਜਮਾ ਘਟਾਓ ਇਹਦੇ ਵਿੱਚੋਂ ਨਾ ਕਰ ਸਕੇ। ਲੜੀਵਾਰ ਸਰੂਪ ਕਰਨ ਦਾ ਇਹੀ ਮਤਲਬ ਸੀਗਾ ਕਿ ਇਹਦੇ ਵਿੱਚ ਕੋਈ ਵੀ ਘਾਟਾ ਵਾਧਾ ਜਿਹੜਾ ਉਹ ਨਾ ਕੀਤਾ ਜਾ ਸਕੇ। ਆਲੇ ਦੁਆਲੇ ਜੋ ਬੇਲਾਂ ਬਣਾਈਆਂ, ਜਿਹਨੂੰ ਆਪਾਂ ਹਾਸ਼ੀਏ ਕਹਿੰਦੇ ਆ, ਉਹ ਬੇਲਾਂ ਦੇ ਨਾਲ ਐਨ ਆਖਰੀ ਅੱਖਰ ਜੁੜਦਾ ਸੀ ਤੇ ਦੂਸਰੇ ਪਾਸਿਓਂ ਨਾਲੋਂ ਸ਼ੁਰੂ ਹੋ ਜਾਂਦਾ ਸੀ, ਤਾਂ ਕਿ ਜਗ੍ਹਾ ਬਚੇ ਹੀ ਨਾ ਕਿ ਉਹਦੇ ਵਿੱਚ ਕੋਈ ਇੱਕ ਅੱਖਰ ਦੀ, ਇੱਕ ਲਗ ਮਾਤਰ ਦੀ, ਇੱਕ ਸਿਹਾਰੀ ਬਿਹਾਰੀ ਦੀ, ਇੱਕ ਔਂਕੜ ਦੀ ਵੀ ਕੋਈ ਘਾਟਾ ਵਾਧਾ ਜਿਹੜਾ ਉਹ ਕੀਤਾ ਜਾ ਸਕੇ। ਸੋ ਕੀਰਤਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਬੰਧਕਾਂ ਨੇ ਜਦੋਂ ਵੀ ਕੀਰਤਨ ਕਰਵਾਉਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨੂੰ ਧਿਆਨ ਦੇ ਵਿੱਚ ਰੱਖ ਕੇ ਜੇਕਰ ਅਸੀਂ ਗੱਲ ਕਰੀਏ ਤੇ ਦੱਸਣਾ ਚਾਹੀਦਾ ਕਿ ਕੱਚੀ ਬਾਣੀ ਦਾ ਕੀਰਤਨ ਜਿਹੜਾ ਆ ਉਹ ਗੁਰੂ ਦੀ ਸਟੇਜ ਤੋਂ, ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਨਹੀਂ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹਦੇ ਵਿੱਚ ਹੋਰ ਘਾਟਾ ਵਾਧਾ, ਬਾਣੀ ਦੀ ਇੱਕ ਲਾਈਨ ਲਾ ਕੇ ਬਾਕੀ ਹੋਰ ਧਾਰਨਾ ਕੋਲੋਂ ਲਾ ਕੇ ਇਹੋ ਜਿਹਾ ਕੰਮ ਕਰਨੇ, ਇਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਸੌਂਦੇ। ਇਹ ਦੋ ਚੀਜ਼ਾਂ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਸਿੱਖ ਸਕਦੇ ਹਾਂ। ਹੁਣ ਆਪਾਂ ਆਈਏ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਕਿ ਗੁਰਦੁਆਰਾ ਸੰਸਥਾ ਦਾ ਵਿਕਾਸ ਦੇ ਵਿੱਚ ਆਪਾਂ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਕੀ ਸਿੱਖ ਸਕਦੇ ਹਾਂ। ਇੱਕ ਤਾਂ ਉਹਨਾਂ ਨੇ ਜੋ ਨਿਸ਼ਾਨ ਸਾਹਿਬ ਚਿੱਟਾ ਚਲਾਇਆ ਜਾਂਦਾ ਸੀਗਾ, ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੇ ਇਹਦਾ ਰੰਗ ਸੁਰਮਈ ਕਰ ਦਿੱਤਾ। ਗੁਰਦੁਆਰਾ ਸਾਹਿਬਾਨ ਦੇ ਨਿਸ਼ਾਨ ਸਾਹਿਬ ਦਾ ਰੰਗ ਅੱਜ ਕੱਲ੍ਹ ਅਸੀਂ ਜਾਂ ਬਸੰਤੀ ਰੱਖਣਾ ਹੁੰਦਾ ਆ ਜਾਂ ਅਸੀਂ ਸੁਰਮਈ ਰੱਖਣਾ ਹੁੰਦਾ ਆ। ਇਹ ਤੋਂ ਇਲਾਵਾ ਹੋਰ ਕੋਈ ਵੀ ਰੰਗ ਹੈ ਜਿਹੜਾ ਨਿਸ਼ਾਨ ਸਾਹਿਬ ਦਾ ਉਹ ਪ੍ਰਵਾਨ ਨਹੀਂ। ਜਦੋਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਸ਼ਹੀਦੀ ਵਾਲਾ ਰੰਗ ਮੀਰੀ ਤੇ ਪੀਰੀ ਉਹਨਾਂ ਨੇ ਸ਼ੁਰੂ ਕਰਨੀ ਸੀ, ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕੰਮ ਕੀਤਾ ਕਿ ਨਿਸ਼ਾਨ ਸਾਹਿਬ ਦਾ ਰੰਗ ਸੀ ਜੋ ਬਦਲ ਕੇ ਚਿੱਟੇ ਤੋਂ ਉਹ ਸੁਰਮਈ ਕਰ ਦਿੱਤਾ ਗਿਆ। ਸੋ ਅੱਜ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੇ ਨਿਸ਼ਾਨ ਸਾਹਿਬ ਉਹ ਭਗਵੇਂ ਹੋ ਗਏ। ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਇਹ ਚਾਹੀਦਾ ਕਿ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਆ, ਜੇ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਜੀਵਨ ਤੋਂ ਸਿੱਖਿਆ ਲੈਣੀ ਆ, ਤੇ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਆ ਉਹ ਸੁਰਮਈ ਜਾਂ ਬਸੰਤੀ, ਜਿਹੜਾ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹਦੇ ਵਿੱਚ ਇੱਕ ਰੰਗ ਹੋਰ ਐਡ ਕੀਤਾ ਕਿ ਬਸੰਤੀ ਹੋ ਜਾਵੇ ਜਾਂ ਸੁਰਮਈ ਰਵੇ। ਇਹ ਤੋਂ ਬਿਨਾਂ ਹੋਰ ਕੋਈ ਵੀ ਰੰਗ ਜਿਹੜਾ ਨਿਸ਼ਾਨ ਸਾਹਿਬ ਦਾ ਨਹੀਂ ਹੋਣਾ ਚਾਹੀਦਾ। ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ, ਗੁਰਦੁਆਰਾ ਸਾਹਿਬ ਦੇ ਆਰਗੇਨਾਈਜ਼ਰ ਹਨ ਜੋ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਕਿ ਭਗਵੇਂ ਰੰਗ ਜਾਂ ਹੋਰ ਰੰਗ ਬਰੰਗੇ ਨਿਸ਼ਾਨ ਸਾਹਿਬ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ, ਕਈਆਂ ਨੇ ਤਾਂ ਹਰਾ ਹੀ ਲਾਇਆ ਹੁੰਦਾ, ਉੱਥੇ ਨਾਲ ਹੀ ਕੋਈ ਮੱਟੀ ਬਣਾਈ ਹੁੰਦੀ ਆ, ਉਹਦੇ ਤੇ ਹਰਾ ਨਿਸ਼ਾਨ ਸਾਹਿਬ ਲਾ ਦਿੰਦੇ ਆ ਜਾਂ ਕੋਈ ਹੋਰ ਲਗਾ ਦਿੰਦੇ ਆ। ਇਹ ਜਿਹੜੀਆਂ ਕੁਰੀਤੀਆਂ ਆ ਇਹ ਗੁਰਦੁਆਰਾ ਸਾਹਿਬ ਦੀ ਸੰਸਥਾ ਦੇ ਲਈ ਸ਼ੋਭਾ ਨਹੀਂ ਦਿੰਦੀਆਂ। ਤੇ ਨਾਲ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਵੀ ਕੀਤੀ ਕਿ ਇਕੱਲੀ ਭਗਤੀ ਦੇ ਨਾਲ ਗੱਲ ਨਹੀਂ ਬਣੇਗੀ, ਸ਼ਕਤੀ ਦਾ ਪ੍ਰਦਰਸ਼ਨ ਵੀ ਨਾਲ ਕਰਨਾ ਪਏਗਾ। ਅੱਜ ਅਸੀਂ ਬੜਾ ਡਰਦੇ ਕਿ ਸਿੱਖ ਨੇ ਰਾਜਨੀਤੀ 'ਚ ਹਿੱਸਾ ਨਹੀਂ ਲੈਣਾ, ਪਰ ਅਕਾਲ ਤਖ਼ਤ ਸਾਹਿਬ ਦੀ ਜੋ ਰਚਨਾ ਸੀ ਉਹ ਇਸ ਗੱਲ ਦਾ ਸਬੂਤ ਆ ਕਿ ਸਿੱਖ ਜਿੱਥੇ ਭਗਤੀ ਦੇ ਵਿੱਚ ਪੂਰਾ ਹੋਵੇ, ਵਾਹਿਗੁਰੂ ਦੇ ਨਾਲ ਜੁੜਿਆ ਹੋਵੇ, ਉੱਥੇ ਗੁਰਦੁਆਰਾ ਸਾਹਿਬ ਤੋਂ ਸਾਨੂੰ ਇਹ ਸੇਧ ਵੀ ਮਿਲੇ ਕਿ ਸਿੱਖ ਜਿਹੜਾ ਆ ਉਹ ਰਾਜਨੀਤਿਕ ਤੌਰ ਤੇ ਉੱਤੇ ਵੀ ਸੁਚੇਤ ਹੋਵੇ। ਜੇਕਰ ਅਸੀਂ ਸੁਚੇਤ ਹੁੰਦੇ, ਗੁਰਦੁਆਰਾ ਸਾਹਿਬ ਦੀ ਸੰਸਥਾ ਨੇ ਸਾਨੂੰ ਸੁਚੇਤ ਰੱਖਿਆ ਹੁੰਦਾ, ਤੇ ਅੱਜ ਜਿਹੜੇ ਹਾਲਾਤ ਦੇ ਵਿੱਚ ਕੌਮ ਹੈਗੀ ਆ, ਇਸ ਹਾਲਾਤ ਦੇ ਵਿੱਚ ਨਹੀਂ ਸੀ ਹੋਣਾ। ਇਹਦਾ ਬਹੁਤਾ ਕਾਰਨ ਜਿਹੜਾ ਆ ਇਹ ਸਾਡਾ, ਜਾਂ ਤਾਂ ਅਸੀਂ ਕਹਿ ਦਿੰਦੇ ਕਿ ਰਾਜਨੀਤੀ ਤੋਂ ਸੋਚਣਾ ਹੀ ਨਹੀਂ, ਉੱਧਰ ਹਿੱਸਾ ਹੀ ਨਹੀਂ ਲੈਣਾ। ਹਿੱਸਾ ਨਾ ਲੈਣਾ ਹੋ ਸਕਦਾ ਇੱਕ ਤਰੀਕਾ, ਪਰ ਉਹਦੇ ਪ੍ਰਤੀ ਆਪਾਂ ਸੁਚੇਤ ਹੀ ਨਾ ਹੋਈਏ ਕਿ ਸਾਡੇ ਨਾਲ ਕੀ ਭਾਣੇ ਵਾਪਰ ਰਿਹਾ, ਕੀ ਰਾਜਨੀਤਿਕ ਲੋਕ, ਕੀ ਜਿਹੜੇ ਲੋਕ ਸੱਤਾ ਦੇ ਉੱਤੇ ਕਾਬਜ ਆ ਉਹ ਕਿਵੇਂ ਦੀਆਂ ਚਾਲਾਂ ਚੱਲਦੇ ਆ। ਸਿੱਖ ਭੋਲਾ ਨਾ ਰਵੇ, ਸਿੱਖ ਭੋਲੇਪਣ ਦੇ ਵਿੱਚ ਮਾਰੇ ਗਏ, ਸਿੱਖ ਵਿਸ਼ਵਾਸ ਘਾਤ ਦੇ ਵਿੱਚ ਮਾਰੇ ਗਏ ਹਮੇਸ਼ਾ ਤੋਂ ਲੈ ਕੇ। ਅੰਗਰੇਜ਼ਾਂ ਨੇ ਵੀ ਵਿਸ਼ਵਾਸਘਾਤ ਕੀਤੇ, ਤੇ ਜੋ ਤੋਂ ਬਾਅਦ 1947 ਤੋਂ ਬਾਅਦ ਜੋ ਕੁਝ ਹੋਇਆ ਉਹ ਤੇ ਜੇ ਉਹਨੂੰ ਕੋਈ ਪੜ੍ਹ ਲਵੇ ਤਾਂ ਵਿਸ਼ਵਾਸਘਾਤ ਕਰਨ ਦੀ PhD ਦੀ ਡਿਗਰੀ ਉਹਨੂੰ ਹਾਸਲ ਹੋ ਸਕਦੀ ਹੈ। ਇੰਨੇ ਵਿਸ਼ਵਾਸਘਾਤ ਇੰਨੇ ਤਰੀਕਿਆਂ ਦੇ ਨਾਲ ਕੀਤੇ ਗਏ ਕਿ ਵਿਸ਼ਵਾਸਘਾਤ ਕਿਵੇਂ ਕੀਤਾ ਜਾ ਸਕਦਾ। 1947 ਤੋਂ 2022 ਤੱਕ ਬੰਦਾ ਸਿੱਖਾਂ ਦੀ ਹਿਸਟਰੀ ਪੜ੍ਹ ਲਵੇ ਤੇ ਵਿਸ਼ਵਾਸਘਾਤ ਦੀ PhD ਹੋ ਜਾਏਗਾ। ਕਾਰਨ ਕੀ, ਇਹ ਤਾਂ ਗੱਲ ਠੀਕ ਹੈ ਕਿ ਉਹ ਵਿਸ਼ਵਾਸਘਾਤੀ ਲੋਕਾਂ ਦੇ ਨਾਲ ਸਾਡਾ ਟੱਕਰਾ ਹੋਇਆ, ਪਰ ਅਸੀਂ ਕਿਉਂ ਬਾਰ-ਬਾਰ ਧੋਖੇ ਖਾਂਦੇ ਰਹੇ? ਕਿਉਂਕਿ ਗੁਰਦੁਆਰਾ ਸਾਹਿਬ ਦੀ ਜੋ ਸੰਸਥਾ ਸੀ ਉਹਦੇ ਅੰਦਰ ਆਪਾਂ ਲੋਕਾਂ ਨੂੰ ਇਹ ਸੁਚੇਤ ਕਰਨ ਤੋਂ ਸਿਰਫ ਆਪਾਂ ਧਰਮ ਪ੍ਰਚਾਰ ਤੱਕ ਕਈ ਵਾਰ ਰੱਖਿਆ ਕਿ ਇੱਥੇ ਕੋਈ ਹੋਰ ਗੱਲ ਨਹੀਂ ਕਰਨੀ, ਹੋਰ ਗੱਲ ਨਹੀਂ ਹੋਣੀ ਚਾਹੀਦੀ, ਤੇ ਉਹਦੇ ਕਾਰਨ ਉਹ ਸੁਚੇਤਤਾ ਸੀਗੀ ਜੋ ਧਰਮ ਪ੍ਰਤੀ ਵੀ ਹੌਲੀ-ਹੌਲੀ ਘਟਦੀ ਗਈ।
ਤੇ ਰਾਜਨੀਤਿਕ ਤੌਰ ਤੇ ਜੋ ਸਾਡੇ ਨਾਲ ਧੋਖੇ ਹੁੰਦੇ ਸੀਗੇ, ਉਹ ਵੀ ਸਾਡੇ ਨਾਲ ਹੁੰਦੇ ਗਏ ਤੇ ਆਪਾਂ ਚੁੱਪਚਾਪ ਅੱਖਾਂ ਮੀਟ ਕੇ ਉਹਨਾਂ ਨੂੰ ਦੇਖਦੇ ਰਹੇ। ਸੋ ਗੁਰਦੁਆਰਾ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਜੀਵਨ ਤੋਂ ਇਹ ਸਾਨੂੰ ਜ਼ਰੂਰ ਮਿਲਦਾ ਕਿ ਜਿਹੜਾ ਸੰਗਤ ਆ ਉਹ ਹਮੇਸ਼ਾ ਸੁਚੇਤ ਰਵੇ। ਹੁਣ ਅਸੀਂ ਆਉਂਦੇ ਹਾਂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦਾ ਜੋ ਯੋਗਦਾਨ ਸੀ, ਉਹਨਾਂ ਦੇ ਜੀਵਨ ਤੋਂ ਆਪਾਂ ਕਿਵੇਂ ਸੇਧ ਲੈ ਕੇ ਗੁਰਦੁਆਰਾ ਸਾਹਿਬ ਦੀ ਸੰਸਥਾ, ਜੇਕਰ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਨੇ ਜੋ ਯੋਗਦਾਨ ਦਿੱਤਾ ਇਹਦੇ ਵਿਕਾਸ ਦੇ ਵਿੱਚ, ਉਹ ਸੀ ਕੁਦਰਤ ਦੀ ਸੰਭਾਲ। ਗੁਰਦੁਆਰਾ ਸਾਹਿਬ ਤੋਂ ਦਰਖਤ ਲਾਉਣ ਦੀਆਂ ਲਹਿਰਾਂ ਚਲਾਈਆਂ ਜਾਣ, ਦਰਖਤਾਂ ਦਾ ਪ੍ਰਸ਼ਾਦ ਦਿੱਤਾ ਜਾਵੇ। ਕੁਦਰਤ ਅੱਜ ਹਵਾ ਸਾਡੀ ਜ਼ਹਿਰੀਲੀ ਹੋ ਗਈ, ਸਾਡਾ ਪਾਣੀ ਵੀ ਜ਼ਹਿਰ ਬਣ ਗਿਆ, ਸਾਡਾ ਆਲਾ ਦੁਆਲਾ ਸਭ ਕੁਝ ਜ਼ਹਿਰ ਹੀ ਜ਼ਹਿਰ ਆ, ਖਾਣਾ ਵੀ ਜ਼ਹਿਰ ਬਣ ਗਿਆ। ਆਰਗੈਨਿਕ ਖੇਤੀ ਦੀ ਜੋ ਸ਼ੁਰੂਆਤ ਸੀ ਉਹ ਗੁਰਦੁਆਰਾ ਸਾਹਿਬਾਨ ਤੋਂ ਹੋਣੀ ਚਾਹੀਦੀ ਸੀਗੀ। ਗੁਰਦੁਆਰਾ ਸਾਹਿਬਾਨ ਲੋਕਾਂ ਨੂੰ ਗਾਈਡ ਕਰਦੇ, ਕਿਉਂਕਿ ਸਮਾਜਿਕ ਯੋਗਦਾਨ ਗੁਰਦੁਆਰਾ ਸਾਹਿਬ ਦਾ ਨਾਲ ਨਾਲ ਹੋਣਾ ਚਾਹੀਦਾ। ਜਿੰਨੀ ਦੇਰ ਤੱਕ ਸਮਾਜ ਦੇ ਸੰਭਾਲ ਦੇ ਵਿੱਚ ਨਹੀਂ ਯੋਗਦਾਨ ਪਾਏਗਾ, ਸਮਾਜ ਦੇ ਨਾਲ ਜੁੜ ਕੇ ਗੁਰਦੁਆਰਾ ਦੀ ਸੰਸਥਾ ਨਹੀਂ ਰਹੇਗੀ ਤੇ ਸਮਾਜ ਤੋਂ ਦੂਰੀ ਬਣੀ ਰਹੇਗੀ। ਸਮਾਜ ਤੋਂ ਇਹ ਦੂਰੀ ਜਿਹੜੀ ਆ, ਫਿਰ ਉਹ ਜੋ ਅਸੀਂ ਕੰਮ ਕਰਨੇ ਸੀ ਉਹ ਦੂਸਰੀਆਂ ਸੰਸਥਾਵਾਂ ਸੰਭਾਲ ਲੈਂਦੀਆਂ ਤੇ ਉਹਦੇ ਰਾਹੀਂ ਫਿਰ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਦੀਆਂ, ਉਹ ਆਪਣੇ ਧਰਮ ਦਾ ਪ੍ਰਚਾਰ ਕਰਦੀਆਂ। ਸੋ ਕੁਦਰਤ ਦੀ ਸੰਭਾਲ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ। ਅੱਜ ਜੋ ਅਸੀਂ ਪੱਥਰੇ ਥੱਪ ਦਿੱਤਾ ਰਾਜਸਥਾਨ ਤੋਂ ਲਿਆ ਕੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਉੱਪਰ ਵੱਡੇ ਵੱਡੇ ਦਰਖਤ ਵੱਢ ਦਿੱਤੇ, ਵੱਡੇ ਵੱਡੇ ਬੋਹੜ ਪਿੱਪਲ ਦਰਖਤ ਵੱਢ ਦਿੱਤੇ, ਨਵੇਂ ਵੀ ਨਹੀਂ ਕੋਈ ਲਾਏ, ਉੱਥੇ ਸਾਰੇ ਪੱਥਰ ਥੱਪ ਦਿੱਤਾ। ਅੱਜ ਮੱਥਾ ਟੇਕਣ ਜਾਓ ਤਾਂ ਪੈਰ ਸੜਦੇ ਆ ਤੇ ਉਹਦੇ ਉੱਤੇ ਪਲਾਸਟਿਕ ਦੇ ਅਸੀਂ ਤੱਪੜ ਵਿਛਾਉਂਦੇ ਆ ਤੇ ਉਹ ਪਲਾਸਟਿਕ ਵੀ ਜਿਹੜੀ ਆ ਉਹ ਵੀ ਵਾਤਾਵਰਨ ਨੂੰ ਬੜਾ ਖਰਾਬ ਕਰਦੀ ਆ। ਜੋ ਉੱਥੇ ਭਾਂਡੇ ਅੱਜ ਕੱਲ ਉਹ ਵੀ ਪਲਾਸਟਿਕ ਦੇ ਚੱਲ ਪਏ, ਸਟੀਲ ਦੇ ਭਾਂਡਿਆਂ ਨੂੰ ਆਪਾਂ ਸਤਿ ਸ੍ਰੀ ਅਕਾਲ ਕਹਿਤੀ, ਸਟੀਲ ਦੇ ਗਲਾਸਾਂ ਨੂੰ ਸਤਿ ਸ੍ਰੀ ਅਕਾਲ ਕਹਿਤੀ। ਤੇ ਸਾਰਾ ਕੁਝ ਜੇ ਗੁਰਦੁਆਰਾ ਸਾਹਿਬ ਦੀ ਸੰਸਥਾ ਗੁਰੂ ਹਰਿਰਾਏ ਪਾਤਸ਼ਾਹ ਤੋਂ ਸਿੱਖਿਆ ਨਹੀਂ ਲੈਂਦੀ ਤੇ ਫਿਰ ਵਾਤਾਵਰਨ ਦੀ ਸੰਭਾਲ ਦੇ ਵਿੱਚ ਅਸੀਂ ਆਪਣਾ ਯੋਗਦਾਨ ਨਹੀਂ ਪਾਉਂਦੇ ਹੋਵਾਂਗੇ। ਸੋ ਪੁਰਾਣੇ ਗੁਰਦੁਆਰਾ ਸਾਹਿਬਾਨ ਵੱਲ ਨੂੰ ਆਈਏ, ਬੇਸ਼ੱਕ ਥੱਲਿਓਂ ਕੱਚਾ ਰਹਿ ਜਾਵੇ, ਪੱਥਰ ਨਾ ਹੋਵੇ ਤੇ ਵਾਤਾਵਰਨ ਦੇ ਨਾਲ ਸੰਭਾਲ ਦੇ ਵਿੱਚ ਸੰਸਥਾਵਾਂ ਜਿਹੜੀਆਂ ਹਨ ਇਹ ਦਰਖਤ ਲਾਉਣ ਦਾ ਪ੍ਰਬੰਧ ਕਰਨ, ਸਮਾਜ ਦੇ ਵਿੱਚ ਆਲੇ ਦੁਆਲੇ ਦਰਖਤ ਲਾਉਣ ਦਾ ਪ੍ਰਬੰਧ ਕਰਨ, ਆਪਣੇ ਆਲੇ ਦੁਆਲੇ ਨੂੰ ਚੰਗਾ ਬਣਾਉਣ। ਅਸੀਂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਦੇ ਜੀਵਨ ਤੋਂ ਇਹ ਸਿੱਖਿਆ ਲੈ ਸਕਦੇ ਹਾਂ। ਇੱਕ ਹੋਰ ਬਹੁਤ ਵੱਡੀ ਸਿੱਖਿਆ ਜਿਹੜੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਦੇ ਜੀਵਨ ਤੋਂ ਲਈ ਜਾ ਸਕਦੀ ਆ, ਉਹ ਸਿੱਖਿਆ ਹੈਗੀ ਆ ਕਿ ਮੈਡੀਕਲ ਰਿਸਰਚ। ਆਪਾਂ ਮੈਡੀਕਲ ਰਿਸਰਚ ਵੱਲ, ਕਿਉਂਕਿ ਲੋਕਾਂ ਦੇ ਜਿਵੇਂ ਜਿਵੇਂ ਦੁਨੀਆ ਤਰੱਕੀ ਕਰਦੀ ਜਾਏਗੀ, ਮੈਡੀਕਲ ਦੇ ਵਿੱਚ ਤਰੱਕੀ ਹੁੰਦੀ ਜਾਏਗੀ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਦੇ ਜੀਵਨ ਤੋਂ ਪਹਿਲੇ ਆਪਾਂ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵੀ ਗੱਲ ਕਰੀਏ, ਉਹਨਾਂ ਨੇ ਕੋੜੀਆਂ ਲਈ ਦਵਾਖਾਨਾ ਬਣਾਇਆ ਸੀ ਤਾਰਨ ਦੀ ਧਰਤੀ ਤੇ। ਅੰਗਰੇਜ਼ਾਂ ਨੇ ਉਹਦੇ ਤੇ ਕਬਜ਼ਾ ਕਰ ਲਿਆ। ਕੋੜ ਦੀ ਦਵਾ ਸਾਰੇ ਸੰਸਾਰ ਦੇ ਅੰਦਰ ਸਿਰਫ ਤੇ ਸਿਰਫ ਗੁਰੂ ਘਰ ਦੇ ਵਿੱਚੋਂ ਮਿਲਿਆ ਕਰਦੀ ਸੀ। ਅੱਜ ਵੀ ਕਹਿੰਦੇ ਕਿ ਕੋੜ ਦੀ ਦਵਾ ਹੈ ਨਹੀਂ। ਆਪਾਂ ਕਹਿੰਦੇ ਭਨੂਪਲੀ ਜਾ ਕੇ ਕਈ ਵਾਰ ਲੋਕੀ ਮੱਥੇ ਟੇਕਦੇ ਜਿਹੜੇ ਕੋੜੀ ਹੋ ਜਾਂਦੇ ਆ। ਜਦੋਂ ਆਪਾਂ ਭੌਰ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਜਾਈਏ, ਉੱਥੇ ਭਨੂਪਲੀ ਆਉਂਦਾ ਰਸਤੇ 'ਚ। ਸਾਡਾ ਇੱਕ ਵਾਰ ਸਾਲਾਨਾ ਸਮਾਗਮ ਵੀ ਭਨੂਪਲੀ ਦੇ ਸਥਾਨ ਤੇ ਹੋਇਆ ਸੀਗਾ, ਉੱਪਰ ਪਹਾੜੀ ਜਿਹੀ ਹਲਕੀ ਜਿਹੀ ਚੜ੍ਹ ਕੇ ਉੱਪਰ ਉਸ ਸਥਾਨ ਦੇ ਉੱਪਰ ਲੋਕ ਕੋੜੀਆਂ ਨੂੰ, ਜਿਹਨੂੰ ਕੋੜ ਹੋ ਜਾਵੇ, ਮੱਥੇ ਟਿਕਾਉਂਦੇ ਕਿ ਸ਼ਾਇਦ ਇੱਥੋਂ ਦੂਰ ਹੋ ਜਾਵੇ। ਅਸਲ ਦੇ ਵਿੱਚ ਉਹ ਕੋੜੀਆਂ ਨੂੰ ਦੂਰ ਕਰਨ ਦੀ ਉੱਥੇ ਕੋਈ ਅਰਦਾਸ ਨਹੀਂ ਸੀ ਕੀਤੀ ਜਾਂਦੀ ਜਾਂ ਕੋਈ ਉੱਥੇ ਸੁੱਖਣਾ ਨਹੀਂ ਸੁੱਖੀ ਜਾਂਦੀ। ਇਹ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਵਾਖਾਨਾ ਖੋਲ੍ਹਿਆ ਸੀ ਕੋੜੀਆਂ ਦਾ ਤਾਰਨ ਦੇ ਲਈ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਸ਼ਾਹਜਹਾਂ ਦੇ ਨਾਲ ਜੰਗਾਂ ਹੋਈਆਂ ਦੋ, ਤੇ ਉਹਨਾਂ ਨੇ ਸਮਝ ਲਿਆ ਕਿ ਅਸੀਂ ਬਹੁਤ ਥੋੜੇ ਹਾਂ, ਸਿੱਖ ਬਹੁਤ ਥੋੜੀ ਗਿਣਤੀ 'ਚ ਆ, ਮੁਗਲ ਫੌਜਾਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੁੰਦੀਆਂ। ਤੇ ਉਹਨਾਂ ਨੇ ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਵੀ ਕਰਾਇਆ ਸੀਗਾ। ਉਹ ਉਹਨਾਂ ਨੇ ਬੜਾ ਕੰਮ ਆਇਆ, ਜਿਹੜਾ ਆਜ਼ਾਦ ਕਰਾਉਣਾ ਗਵਾਲੀਅਰ ਦੇ ਕਿਲੇ ਦੇ ਵਿੱਚੋਂ। ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਦਾਨੀ ਇਲਾਕੇ ਦੇ ਵਿੱਚ ਜਿਹੜੀ ਲੜਾਈ ਆ ਉਹ ਨਹੀਂ ਲੜੀ ਜਾ ਸਕਦੀ, ਇਹ ਪਹਾੜੀ ਇਲਾਕੇ ਦੇ ਵਿੱਚ ਸਾਨੂੰ ਰਹਿਣਾ ਪਏਗਾ। ਉਹਨਾਂ ਨੇ ਆਪਣੇ ਧਰਮ ਦਾ ਕੇਂਦਰ ਜੋ ਅੰਮ੍ਰਿਤਸਰ ਸੀਗਾ ਉਹਨੂੰ ਬਦਲ ਕੇ ਕੀਰਤਪੁਰ ਸਾਹਿਬ ਕਰ ਦਿੱਤਾ। ਕੀਰਤਪੁਰ ਸਾਹਿਬ ਦੇ ਆਲੇ ਦੁਆਲੇ ਸਾਰਾ ਪਹਾੜੀਆਂ ਦਾ ਇਲਾਕਾ ਸੀਗਾ, ਕੀਰਤਪੁਰ ਤੋਂ ਭੌਰ ਸਾਹਿਬ ਦੇ ਤੱਕ। ਇਹਦੇ ਬਾਰੇ ਇੱਕ ਹੋਰ ਬਹੁਤ ਵੱਡੀ ਕਲਾਸ ਲਗਾਈ ਜਾ ਸਕਦੀ, ਪੂਰੀ ਪ੍ਰੈਜੈਂਟੇਸ਼ਨ, ਉਹ ਫਿਰ ਕਿਸੇ ਵੇਲੇ ਗੱਲ ਕਰਾਂਗੇ। ਸੋ ਗੱਲ ਸੀ ਕਰਦੇ ਆਪਾਂ ਮੈਡੀਕਲ ਰਿਸਰਚ ਦੀ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਇਹਨਾਂ ਪਹਾੜਿਆਂ ਦੇ ਵਿੱਚ ਗਏ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਹਿਮਾਚਲ ਵੱਲ ਪਰੇ ਚਲੇ ਜਾਈਏ, ਅੱਜ ਕੱਲ੍ਹ ਦੇ ਵੱਲ ਕੀਰਤਪੁਰ ਸਾਹਿਬ ਵੱਲ ਨਿਕਲ ਜਾਈਏ, ਇਹ ਸਾਰੇ ਪਹਾੜੀ ਇਲਾਕੇ ਦੇ ਵਿੱਚ ਅੱਜ ਵੀ ਖੂਨ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਪਹਾੜੀ ਲੋਕਾਂ ਨੂੰ, ਹਿਮਾਚਲ ਦੇ ਲੋਕਾਂ ਨੂੰ। PGI ਦੇ ਵਿੱਚ ਜਾ ਕੇ ਦੇਖੋ, ਇਹ ਖੂਨ ਦੀਆਂ ਬਿਮਾਰੀਆਂ ਦੇ ਨਾਲ ਕੋੜ, ਸਕਿਨ ਦੀਆਂ ਬਿਮਾਰੀਆਂ ਖੂਨ ਦੀਆਂ ਬਹੁਤ ਜ਼ਿਆਦਾ ਹੁੰਦੀਆਂ। ਗੁਰੂ ਪਾਤਸ਼ਾਹ ਦਵਾਈ ਇੱਥੋਂ ਨਾਲ ਹੀ ਲੈ ਗਏ। ਭਨੂਪਲੀ ਦੇ ਵਿੱਚ ਜਿਹੜਾ ਉਸ ਵੇਲੇ 22 ਧਾਰਾਂ ਦੇ ਵਿੱਚ ਇੱਕ ਧਾਰ ਨਿਕਲਦੀ ਸੀਗੀ,
ਉੱਥੇ ਜਾ ਕੇ ਉਹਨਾਂ ਨੇ ਦਵਾਖਾਨਾ ਸਥਾਪਿਤ ਕੀਤਾ ਤਾਂ ਕਿ ਉੱਥੇ ਦੇ ਲੋਕਾਂ ਨੂੰ ਜਿਹੜੀਆਂ ਖੂਨ ਦੀਆਂ ਤੇ ਸਕਿਨ ਦੀਆਂ ਬਿਮਾਰੀਆਂ ਹੁੰਦੀਆਂ, ਇਹਨਾਂ ਦਾ ਇਲਾਜ ਕੀਤਾ ਜਾ ਸਕੇ। ਉੱਥੇ ਇੱਕ ਮੈਡੀਕਲ ਸੈਂਟਰ ਸੀਗਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ, ਪਰ ਅੱਜ ਆਪਾਂ ਉਹਨੂੰ ਸੁੱਖ ਸੁੱਖਣਾ ਲਾਉਣ ਦੇ ਲਈ ਬਣਾ ਲਿਆ। ਉਹ ਮੈਡੀਕਲ ਜਿਹੜੀ ਖੋਜ ਸੀਗੀ ਸਾਡੇ ਤੋਂ ਗੁਆਚ ਗਈ। ਤੇ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਇਸ ਮੈਡੀਕਲ ਰਿਸਰਚ ਨੂੰ ਹੋਰ ਬਹੁਤ ਅੱਗੇ ਵਧਾਇਆ। ਜਿੱਥੇ ਉਹ ਕੁਦਰਤ ਨੂੰ ਸੰਭਾਲਦੇ ਸੀਗੇ, ਕੁਦਰਤ ਤੋਂ ਦਵਾਈਆਂ ਬਣਾਉਣੀਆਂ ਵੀ, ਦਰਖਤਾਂ ਤੋਂ, ਜੜੀ ਬੂਟੀਆਂ ਦੇ ਬਹੁਤ ਵੱਡੇ ਮਾਹਰ ਸੀਗੇ। ਦਾਰਾ ਸ਼ਿਕੋ ਜਿਹਦੀ ਬਿਮਾਰੀ ਦਾ ਇਲਾਜ ਹੋਰ ਕਿਤੇ ਨਹੀਂ ਸੀ ਹੋਇਆ ਸਾਰੇ ਭਾਰਤ ਦੇ ਅੰਦਰ, ਇੱਕ ਬਹੁਤ ਵੱਡਾ ਰਾਜ ਸੀ ਸ਼ਾਹਜਹਾਂ ਦਾ, ਤੇ ਉਹਦੀ ਪਹੁੰਚ ਮੱਕੇ ਦੇ ਦਵਾਖਾਨਿਆਂ ਤੱਕ ਸੀਗੀ। ਮੁਗਲ ਰਾਜ ਹੋਣ ਦੇ ਕਾਰਨ ਸਾਰੇ ਯੂਰਪ ਏਸ਼ੀਆ ਦੇ ਦਵਾਖਾਨਿਆਂ ਤੱਕ ਸੀਗੀ। ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਦਾਰਾ ਸ਼ਿਕੋ ਨੂੰ ਦਵਾਈ ਮਿਲ ਜਾਵੇ, ਪਰ ਅਖੀਰ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਦੇ ਦਵਾਖਾਨੇ ਤੋਂ ਉਹਨੂੰ ਦਵਾ ਸੀ ਜਿਹੜੀ ਉਹ ਪ੍ਰਾਪਤ ਹੋਈ, ਦਵਾਈ ਪ੍ਰਾਪਤ ਹੋਈ। ਸੋ ਮੈਡੀਕਲ ਰਿਸਰਚ ਦੇ ਬਹੁਤ ਵੱਡੇ ਮਾਹਰ ਸਨ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ। ਤੇ ਭਾਈ ਕਾਹਨ ਸਿੰਘ ਨਾਭਾ ਨੇ ਵੀ ਲਿਖਿਆ ਕਿ ਨਿਸ਼ਾਨ ਸਾਹਿਬ ਦਾ ਅਰਥ ਹੁੰਦਾ ਕਿੱਥੋਂ ਦਵਾਈ ਵੀ ਮਿਲੇਗੀ ਜੇਕਰ ਮੈਂ ਬਿਮਾਰ ਹੋਵਾਂਗਾ। ਤੇ ਸਾਡੇ ਗੁਰਦੁਆਰਾ ਸਾਹਿਬਾਨ ਚੋਂ ਰਿਸਰਚ ਤੇ ਕੀ ਹੋਣੀ, ਅੱਗੇ ਤੋਂ ਅੱਗੇ ਦਵਾਈਆਂ ਦੀ। ਅਸੀਂ ਮੈਡੀਕਲ ਕਾਲਜ ਇੱਕ ਖੋਲਿਆ, ਉਹ ਵੀ ਬਹੁਤ ਚੰਗੀ ਤਰ੍ਹਾਂ ਨਹੀਂ ਚੱਲ ਸਕਿਆ ਗੁਰੂ ਰਾਮਦਾਸ ਜੀ ਦੇ ਨਾਂ ਤੇ। ਮੈਡੀਕਲ ਰਿਸਰਚ ਦੇ ਵਿੱਚ ਜਿਹੜਾ ਕਿ ਸਾਡਾ ਮੇਨ ਸਟੇ ਸੀ, ਅਸੀਂ ਦੁਨੀਆ ਦੇ ਵਿੱਚ ਜਿਹੜਾ ਪੂਰੇ ਯੂਰਪ ਏਸ਼ੀਆ 'ਚ ਦਵਾਈ ਨਹੀਂ ਸੀ ਮਿਲਦੀ, ਉਹ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਦੇ ਦਵਾਖਾਨਿਆਂ 'ਚ ਮਿਲ ਜਾਂਦੀ ਸੀ, ਪਰ ਉਹ ਸਾਡਾ ਸਭ ਕੁਝ ਗੁਆਚ ਗਿਆ। ਅੱਜ ਵੀ ਗੁਰਦੁਆਰਾ ਸਾਹਿਬ ਸੰਸਥਾ ਲੋਕਾਂ ਦੀ ਸਿਹਤ ਦਾ, ਕੁਦਰਤ ਦੀ ਸੰਭਾਲ ਦਾ ਅਰਥ ਵੀ ਸਿਹਤ ਦਾ ਅਰਥ ਹੀ ਹੈ ਕਿ ਵਾਤਾਵਰਣ ਨੂੰ ਸਾਫ਼ ਰੱਖਣ ਦਾ ਇਹਦੀ ਜ਼ਿੰਮੇਵਾਰੀ ਚੁੱਕੇ। ਚਾਹੇ ਇੱਕ ਗੁਰਦੁਆਰਾ ਸਾਹਿਬ ਸ਼ਹਿਰ ਦੇ ਵਿੱਚ 10 ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਇਹਦੇ ਤੇ ਕੰਮ ਕਰੇ, ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਸਪੈਂਸਰੀ ਹੋਵੇ ਤੇ ਨਾਲ ਵਧੀਆ ਦਵਾਈ ਜਾਂ ਹੋਰ ਐਂਬੂਲੈਂਸ ਰੱਖੀ ਜਾ ਸਕਦੀ, ਇਹਨੂੰ ਜਿੰਨਾ ਮਰਜ਼ੀ ਵਧਾਇਆ ਜਾ ਸਕਦਾ। ਅੱਜ ਕੱਲ੍ਹ ਦੀ ਜ਼ਰੂਰਤ ਆ। ਪਰ ਹੋਇਆ ਕਿ ਗੁਰਦੁਆਰਾ ਸਾਹਿਬ ਦੀ ਬਚਾਏ ਇਹ ਕੰਮ ਈਸਾਈਆਂ ਨੇ ਸਾਂਭ ਲਿਆ ਅੱਜ, ਤੇ ਉਹ ਫਿਰ ਬੜੇ ਸਫਲ ਵੀ ਹੋਏ। ਪੰਜਾਬ ਦੇ ਵਿੱਚ ਵੀ, ਸਾਰੀ ਦੁਨੀਆ ਦੇ ਵਿੱਚ ਵੀ। ਚੰਡੀਗੜ੍ਹ ਕਲਾਸ ਦੇ ਵਿੱਚ ਵੀ ਮੈਂ ਗੱਲ ਕੀਤੀ ਸੀਗੀ ਕਿ ਉਹਨਾਂ ਨੇ ਐਜੂਕੇਸ਼ਨ ਤੇ ਦਵਾਈ, ਮੈਡੀਕਲ, ਸਾਡੀਆਂ ਜਿਹੜੀਆਂ ਦੋਨੋਂ ਬੇਸਿਕ ਸਹੂਲਤਾਂ ਸੀ, ਜਿਹੜਾ ਗੁਰੂ ਸਾਹਿਬਾਨ ਨੇ ਸ਼ੁਰੂ ਕੀਤਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਹੋਣਾ ਚਾਹੀਦਾ ਸੀ, ਉਹ ਸਾਰਾ ਕੁਝ ਉਹ ਦੂਸਰੇ ਲੈ ਗਿਆ ਸਾਥੋਂ ਸੰਭਾਲ ਕੇ। ਸੋ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੇਕਰ ਗੁਰੂ ਦਾ ਦਵਾਰ ਆ, ਇਹ 7ਵੇਂ ਗੁਰੂ ਦੀ ਇਹ ਮੈਡੀਕਲ ਰਿਸਰਚ ਵਾਲਾ, ਮੈਡੀਕਲ ਵਾਲਾ ਸਿਸਟਮ, ਵਾਤਾਵਰਣ ਵਾਲਾ ਸਿਸਟਮ ਜਿਹੜਾ ਆ ਇਹ ਨਾਲ ਹੋਣਾ ਚਾਹੀਦਾ। ਹੁਣ ਆਈਏ ਆਪਾਂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਤੇ, ਉਹਨਾਂ ਨੇ ਰੋਗੀਆਂ ਦੀ ਸੇਵਾ ਕੀਤੀ, ਆਪਾਂ ਸਾਰੇ ਜਾਣਦੇ ਆ। ਰੋਗੀਆਂ ਦੀ ਸੇਵਾ ਅੱਜ ਸਾਡੇ ਧਰਮ ਦੇ ਵਿੱਚੋਂ ਨਿਕਲ ਗਏ ਲਗਭਗ, ਗੁਰਸਿੱਖਾਂ ਦੇ ਵਿੱਚੋਂ। ਹੁਣ ਕਰੋਨਾ ਦੇ ਵਿੱਚ ਆਪਾਂ ਬਹੁਤ ਵੱਡਾ ਰੋਲ ਪਲੇ ਕੀਤਾ, ਮੁੜ ਕੇ ਇਹ ਕੰਮ ਜਿਹੜਾ ਆ ਇਹ ਸ਼ੁਰੂ ਹੋਇਆ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਖਾਲਸਾ ਏਡ ਨੇ ਵੀ ਬਹੁਤ ਸੇਵਾ ਕੀਤੀ ਆ, ਪਿੰਗਲਵਾੜਾ ਨੇ ਵੀ ਬਹੁਤ ਵੱਡਾ ਰੋਲ ਅਦਾ ਕੀਤਾ, ਪਰ ਅਜੇ ਵੀ ਜਿੰਨਾ ਕੰਮ ਕੀਤਾ ਜਾਣਾ ਚਾਹੀਦਾ ਗੁਰਦੁਆਰਾ ਸਾਹਿਬਾਨ ਤੋਂ ਉਨਾ ਕੰਮ ਨਹੀਂ ਹੋ ਰਿਹਾ। ਰੋਗੀਆਂ ਦੀ ਸੇਵਾ ਦੇ ਲਈ ਐਂਬੂਲੈਂਸ ਹੋਣੀ ਚਾਹੀਦੀ ਹਰ ਗੁਰਦੁਆਰਾ ਸਾਹਿਬ 'ਚ, ਜਾਂ ਪਿੰਡ ਦੇ ਜੇ 2-3 ਗੁਰਦੁਆਰਾ ਸਾਹਿਬ ਰਲ ਕੇ ਇੱਕ ਐਂਬੂਲੈਂਸ ਰੱਖਣ, ਉਹਨਾਂ ਦੀ ਦਵਾਈ ਦਾ ਪ੍ਰਬੰਧ ਕਰਨ। ਉਹ ਜਿਹੜੇ ਰੋਗੀ ਖਾਸ ਕਰਕੇ ਜਿਨ੍ਹਾਂ ਦੀ ਸਾਫ਼ ਸਫਾਈ ਦੀ ਬਹੁਤ ਲੋੜ ਪੈਂਦੀ ਆ, ਉਹਦਾ ਪ੍ਰਬੰਧ ਵੀ ਜਿਹੜਾ ਉਹ ਗੁਰਦੁਆਰਾ ਸਾਹਿਬ ਦੀ ਸੰਸਥਾ ਤੋਂ ਕੀਤਾ ਜਾਣਾ ਚਾਹੀਦਾ। ਫਿਰ ਵਿਕਾਸ ਕਰੇਗੀ ਗੁਰਦੁਆਰਾ ਸਾਹਿਬ ਦੀ ਸੰਸਥਾ। ਇਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ। ਦੂਸਰਾ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਤੋਂ ਗੁਰਬਾਣੀ ਅਰਥ ਬੋਧ। ਆਪਾਂ ਕਹਿੰਦੇ ਕਿ ਉਹਨਾਂ ਨੇ ਸਿਰ ਦੇ ਉੱਪਰ ਡੰਡਾ ਰੱਖਿਆ ਤੇ ਅਰਥ ਕਰਾ ਲਿਆ। ਅਸਲ ਦੇ ਵਿੱਚ ਗੱਲ ਇਸ ਤਰ੍ਹਾਂ ਸੀਗੀ ਕਿ ਜੋ ਗੁਰੂ ਘਰ ਦਾ ਛੋਟੇ ਤੋਂ ਛੋਟਾ ਸੇਵਕ ਵੀ ਸੀਗਾ, ਉਹ ਵੀ ਗੁਰਬਾਣੀ ਦੇ ਹੋਰ ਧਰਮਾਂ ਦੇ ਅਰਥ ਬੋਧ ਸੀ ਜਿਹੜੇ ਜਾਣਦਾ ਸੀਗਾ ਉਸ ਵਕਤ। ਇੰਨਾ ਸਿੱਖਿਆ ਦਾ ਪ੍ਰਬੰਧ ਜਿਹੜਾ ਗੁਰਦੁਆਰਾ ਸਾਹਿਬਾਨ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਹੁੰਦਾ ਸੀਗਾ। ਉੱਥੇ ਸਾਰਾ ਦਿਨ ਸ਼ਾਮ ਨੂੰ 4 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਜੋ ਸ਼ੁਰੂਆਤ ਕੀਤੀ ਸੀਗੀ, ਉਹ ਵਿਚਾਰਾਂ ਚੱਲਦੀਆਂ ਰਹਿੰਦੀਆਂ ਸੀ। ਪਾਠ ਕਰਨਾ, ਵਿਚਾਰਾਂ ਕਰਨੀਆਂ, ਸਾਰੇ ਧਰਮਾਂ ਦੀ ਸਿੱਖਿਆ ਲੈਣੀ। ਵੱਖਰੇ ਵੱਖਰੇ ਧਰਮਾਂ ਦੇ ਲੋਕ ਵੀ ਗੁਰੂ ਘਰ ਦੇ ਵਿੱਚ ਆ ਕੇ, ਪੰਡਤ ਵੀ ਬਹਿਸ ਕਰਦੇ ਸੀਗੇ ਗੁਰੂ ਪਾਤਸ਼ਾਹ ਨਾਲ, ਹੋਰ ਧਰਮਾਂ ਦੇ ਲੋਕ ਆ ਕੇ ਵੀ ਵਿਚਾਰਾਂ ਕਰਦੇ ਰਹਿੰਦੇ ਸੀਗੇ। ਉਹਦੇ ਨਾਲ ਜਿਹੜੇ ਸਿੱਖ ਸੀਗੇ ਉਹ ਸੁੱਤੇ ਸਿੱਧੀ, ਚਾਹੇ ਉਹ ਸੇਵਕ ਸੀਗਾ, ਘੋੜਿਆਂ ਦੀ ਲਿੱਦ ਚੁੱਕਣ ਵਾਲੇ ਸੀਗੇ, ਚਾਹੇ ਉਹ ਛੱਜੂ ਚੀਵਰ ਵਰਗੇ ਸੀਗੇ ਜਾਂ ਕੁਝ ਹੋਰ, ਉਹ ਸਾਰਾ ਕੁਝ ਉਹਨਾਂ ਦੀ ਸਮਝ ਦੇ ਵਿੱਚ ਸੁੱਤੇ ਸਿੱਧੀ ਭਰਿਆ ਰਹਿੰਦਾ ਸੀਗਾ ਬਚਪਨ ਤੋਂ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਣ ਕਰਕੇ। ਅੱਜ ਜੇਕਰ ਸਾਡੇ ਬੱਚਿਆਂ ਦੇ ਲਈ ਕਲਾਸਾਂ ਲੱਗਣ ਗੁਰਦੁਆਰਾ ਸਾਹਿਬਾਨ ਦੇ ਅੰਦਰ, ਤੇ ਉਹਨਾਂ ਨੂੰ ਗੁਰਬਾਣੀ ਦੇ ਅਰਥ ਬੋਧ, ਦੂਜੇ ਧਰਮਾਂ ਦੀ ਸਿੱਖਿਆ, ਦੂਜੇ ਧਰਮਾਂ ਦੇ ਚੈਲੰਜ, ਸਾਰੇ ਸੰਸਾਰ ਦੇ ਧਰਮਾਂ ਦਾ ਦਰਸ਼ਨ, ਉਹ ਹੌਲੀ ਹੌਲੀ ਉਹਨਾਂ ਦੇ ਮਨਾਂ ਦੇ ਅੰਦਰ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਕੇ, ਗੁਰਬਾਣੀ ਦੇ ਅਰਥ ਬੋਧ ਕਰਵਾ ਕੇ, ਗੁਰਬਾਣੀ ਦੇ ਅਰਥ ਬੋਧ ਕੀਤੇ 10 ਭਾਗਾਂ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖੇ ਆ, ਲਗਭਗ ਦੁਨੀਆ ਦੇ ਸਾਰੇ ਧਰਮਾਂ ਦਾ ਮੋਟਾ ਮੋਟੇ ਦਰਸ਼ਨ ਦਾ ਗਿਆਨ ਹੋ ਜਾਂਦਾ। ਫਿਰ ਬੱਚਿਆਂ ਦੇ ਅੰਦਰ, ਨੌਜਵਾਨਾਂ ਅੰਦਰ ਰੁਚੀ ਪੈਂਦੀ ਉਹਨੂੰ ਗਾਹਾਂ ਖੋਜ ਕਰਨ ਦੀ।
ਸੋ ਇਹ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਤੋਂ ਆਪਾਂ ਸਿੱਖਿਆ ਲੈ ਸਕਦੇ ਹਾਂ ਕਿ ਇੱਕ ਤੇ ਰੋਗੀਆਂ ਦੀ ਸੇਵਾ ਦਾ ਪ੍ਰਬੰਧ ਕੀਤਾ ਜਾਵੇ ਗੁਰਦੁਆਰਾ ਸਾਹਿਬਾਨ ਦੇ ਅੰਦਰ, ਗੁਰਬਾਣੀ ਦੇ ਅਰਥ ਬੋਧ, ਬੱਚਿਆਂ ਦੀਆਂ ਕਲਾਸਾਂ, ਵੱਡਿਆਂ ਦੀਆਂ ਕਲਾਸਾਂ, ਮਿਸ਼ਨਰੀ ਕਲਾਸਾਂ, ਕਿਸੇ ਵੀ ਹੋਰ ਸੰਸਥਾ ਦੁਆਰਾ ਕਲਾਸਾਂ ਜਿਹੜੀਆਂ ਆ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਧਾਰਮਿਕ ਕਲਾਸਾਂ ਜਿਹੜੀਆਂ ਇਹ ਬੜੀਆਂ ਜ਼ਰੂਰੀ ਆ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਵਾਂਗ ਉੱਥੇ ਮੈਂ ਨਹੀਂ ਸਿੱਖਿਆ ਇਹ ਕੰਮ ਜੋ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਜੀਵਨ ਤੋਂ ਲੈ ਸਕਦੇ ਕਿ ਪ੍ਰਚਾਰ ਦੌਰੇ, ਗੁਰੂ ਨਾਨਕ ਪਾਤਸ਼ਾਹ ਨੇ ਵੀ ਪ੍ਰਚਾਰ ਦੌਰੇ ਕੀਤੇ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਵੀ ਬਹੁਤ ਸਾਰੇ ਪ੍ਰਚਾਰ ਦੌਰੇ ਕੀਤੇ। ਉਹਨਾਂ ਨੇ ਆਪਣੇ ਬੱਚੇ ਦੇ ਜੋ ਜਨਮ ਸੀਗਾ ਉਹ ਵੀ 3.5 ਸਾਲ ਦੀ ਉਮਰ 'ਚ ਉਹਨਾਂ ਨੇ ਆਪਣੇ ਬੱਚੇ ਦਾ ਪਹਿਲੀ ਵਾਰ ਮੂੰਹ ਦੇਖਿਆ। ਸਾਰੀ ਉਮਰ ਉਹਨਾਂ ਨੇ ਧਰਮ ਪ੍ਰਚਾਰ ਦੇ ਦੌਰੇ ਕੀਤੇ ਔਰ ਬਹੁਤ ਸਾਰੀਆਂ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ, ਗ੍ਰਿਫਤਾਰੀਆਂ ਵੀ ਦਿੱਤੀਆਂ, ਪਰ ਅਸਾਮ ਤੱਕ ਜਾ ਕੇ, ਢਾਕੇ ਤੱਕ ਜਾ ਕੇ ਬਹੁਤ ਦੂਰ ਦੂਰ ਤੱਕ ਉਹਨਾਂ ਨੇ ਪ੍ਰਚਾਰ ਕੀਤਾ। ਗੁਰੂ ਨਾਨਕ ਦੇ ਪਾਤਸ਼ਾਹ ਤੋਂ ਬਾਅਦ ਜੇਕਰ ਕਿਸੇ ਨੇ ਉਦਾਸੀਆਂ ਕੀਤੀਆਂ, ਪ੍ਰਚਾਰ ਦੌਰੇ ਕੀਤੇ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਸਨ। ਸੋ ਗੁਰਦੁਆਰਾ ਸਾਹਿਬਾਨ ਦੀ ਵੀ ਡਿਊਟੀ ਆ ਕਿ ਧਰਮ ਪ੍ਰਚਾਰ ਜਿਹੜਾ ਆ ਉਹ ਗੁਰੂ ਪਾਤਸ਼ਾਹ ਆਪ ਜਾਂਦੇ ਸਨ ਜਗ੍ਹਾ ਜਗ੍ਹਾ। ਹੁਣ ਤਾਂ ਸਾਰੀ ਜਗ੍ਹਾ ਗੁਰਦੁਆਰਾ ਸਾਹਿਬ ਬਣੇ ਆ, ਆਪਣੇ ਆਪਣੇ ਇਲਾਕੇ ਦੇ ਪ੍ਰਚਾਰ ਨੂੰ ਅਸੀਂ ਸਾਂਭ ਲਈਏ, ਆਪਣੇ ਇਲਾਕੇ ਦੇ ਪ੍ਰਚਾਰਕਾਂ ਨੂੰ ਸਾਂਭ ਲਈਏ ਤੇ ਧਰਮ ਪ੍ਰਚਾਰ ਲਈ 2-2 ਘੰਟੇ ਦੇ ਸਮਾਗਮ, ਹਫ਼ਤਾਵਾਰੀ ਸਮਾਗਮ, ਮਹੀਨੇਵਾਰ ਸਮਾਗਮ ਇਹ ਗੁਰਦੁਆਰਾ ਕਮੇਟੀਆਂ ਨੂੰ ਕਰਦੇ ਰਹਿਣਾ ਚਾਹੀਦਾ ਆ ਤਾਂ ਕਿ ਸੰਗਤ ਬਾਣੀ ਦੇ ਨਾਲ ਜੁੜੀ ਰਵੇ, ਬਾਣੀ ਦੇ ਅਰਥਾਂ ਨਾਲ ਜੁੜੀ ਰਵੇ, ਗੁਰਦੁਆਰਾ ਸਾਹਿਬ ਦੀ ਸੰਸਥਾ ਨਾਲ ਜੁੜੀ ਰਵੇ, ਆਸੇ-ਪਾਸੇ ਉਹਨਾਂ ਨੂੰ ਨਾ ਜਾਣਾ ਪਵੇ, ਹੋਰ ਕਿਤੇ ਜਾ ਜਾ ਕੇ ਉਹਨਾਂ ਨੂੰ ਮੱਥੇ ਨਾ ਟੇਕਣੇ ਪੈਣ। ਸੋ ਪ੍ਰਚਾਰ ਵੀ ਗੁਰਦੁਆਰਾ ਸਾਹਿਬ ਦੀ ਸੰਸਥਾ ਦਾ ਇੱਕ ਬਹੁਤ ਵੱਡਾ, ਸ਼ਬਦ ਗੁਰੂ ਤੋਂ ਬਾਅਦ ਜੇਕਰ ਦੂਜੀ ਬਹੁਤ ਵੱਡੀ ਜ਼ਰੂਰਤ ਆ ਉਹ ਹੈ ਸਿੱਖ ਧਰਮ ਦਾ ਪ੍ਰਚਾਰ, ਆਪਣੇ ਇਲਾਕੇ ਦੇ ਵਿੱਚ ਕਰਨਾ, ਆਪਣੇ ਬੱਚਿਆਂ ਦੇ ਵਿੱਚ ਕਰਨਾ, ਆਪਣੇ ਆਲੇ ਦੁਆਲੇ ਹੋਰ ਧਰਮਾਂ ਦੇ ਲੋਕਾਂ ਨੂੰ ਗੁਰਸਿੱਖੀ ਬਾਰੇ, ਗੁਰਮਤ ਬਾਰੇ ਜਾਣਕਾਰੀ ਦੇਣੀ। ਤੇ ਦੂਸਰਾ ਹੈ ਧਾਰਮਿਕ ਆਜ਼ਾਦੀ। ਅੱਜ ਗੁਰਦੁਆਰਾ ਸਾਹਿਬ ਦੀ ਸੰਸਥਾ ਜਿਹੜੀ ਆ ਹੈ ਗਿਆ ਕਿ ਜਾਂ ਤੇ ਅਸੀਂ ਬਹੁਤ ਜ਼ਿਆਦਾ ਲਿਬਰਲ ਆ ਜਾਂ ਫਿਰ ਅਸੀਂ ਬਹੁਤ ਜ਼ਿਆਦਾ ਦੂਸਰੇ ਧਰਮਾਂ ਨੂੰ, ਕਈ ਵਾਰ ਤੁਸੀਂ ਪ੍ਰਚਾਰਕ ਵੀ ਸੁਣਦੇ ਆ, YouTube ਤੇ ਵੀ ਸੁਣਦੇ ਆ, Facebook ਤੇ ਵੀ ਸੁਣਦੇ ਆ ਕਿ ਉਹ ਬ੍ਰਾਹਮਣਵਾਦ ਨੂੰ ਨਿੰਦਣ ਦੀ ਬਜਾਏ ਬ੍ਰਾਹਮਣਾਂ ਨੂੰ ਨਿੰਦਣਾ ਜਾਂ ਕੋਈ ਐਸੇ ਸ਼ਬਦ ਵਰਤਣੇ ਜਿਹੜੇ ਦੂਜੇ ਧਰਮਾਂ ਦੇ ਲੋਕਾਂ ਨੂੰ ਬੁਰੇ ਲੱਗਦੇ ਹੋਣ। ਜੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੋਂ ਸਿੱਖਿਆ ਲਈਏ, ਕਦੇ ਵੀ ਕਿਸੇ ਧਰਮ ਦੀ ਨਿੰਦਾ ਨਹੀਂ ਕਰਨੀ। ਉਹਨਾਂ ਨੇ, ਉਹ ਵੀ ਬ੍ਰਾਹਮਣ ਸਨ ਜਿਨ੍ਹਾਂ ਦੀ ਧਾਰਮਿਕ ਆਜ਼ਾਦੀ ਲਈ ਉਹ ਆਪਣੇ ਉਹਨਾਂ ਨੇ ਸ਼ਹੀਦੀ ਦਿੱਤੀ ਤੇ ਉਹ ਜੋ ਉਹਨਾਂ ਦੇ ਅੰਦਰ ਗਲਤੀਆਂ ਆ, ਬ੍ਰਾਹਮਣਵਾਦ ਦੀ ਨਿੰਦਿਆ ਕਰ ਸਕਦੇ, ਪੁਜਾਰੀਵਾਦ ਦੀ ਨਿੰਦਿਆ ਕਰ ਸਕਦੇ, ਸਾਡੇ ਧਰਮ 'ਚ ਵੀ ਆ। ਸੋ ਧਾਰਮਿਕ ਆਜ਼ਾਦੀ ਜਿਹੜੀ ਆ, ਚਾਹੇ ਮੁਸਲਿਮ ਧਰਮ ਹੋਵੇ, ਚਾਹੇ ਹਿੰਦੂ ਧਰਮ ਹੋਵੇ, ਬੋਧੀ ਹੋਵੇ, ਉਹਦੇ ਲਈ ਵੀ ਕੰਮ ਕਰਨਾ ਚਾਹੀਦਾ ਗੁਰਦੁਆਰਾ ਸਾਹਿਬ ਦੀ ਸੰਸਥਾ ਨੂੰ। ਜਦੋਂ ਵੀ ਕਿਸੇ ਧਰਮ ਦੇ ਉੱਪਰ, ਚਾਹੇ ਮੁਸਲਿਮ ਧਰਮ ਆ, ਉਹਦੇ ਉੱਪਰ ਖਤਰਾ ਹੋਵੇ ਤੇ ਗੁਰਦੁਆਰਾ ਸਾਹਿਬ ਨੂੰ ਉਹਦੇ ਅੱਗੇ ਅੜ ਕੇ ਖੜਨਾ ਚਾਹੀਦਾ। ਚਾਹੇ ਉਹ ਕੋਈ ਹੋਰ ਧਰਮ ਹੋਵੇ, ਉਹਦੇ ਲਈ ਵੀ ਸਾਨੂੰ ਧਾਰਮਿਕ ਆਜ਼ਾਦੀ ਸਾਰੇ ਸੰਸਾਰ ਦੀ, ਉਹਦੇ ਲਈ ਨਾਲ ਨਾਲ ਕੰਮ ਜਿਹੜਾ ਆ ਉਹ ਜ਼ਰੂਰ ਕਰਨਾ ਚਾਹੀਦਾ ਆ। ਸੋ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਜੀਵਨ ਤੋਂ ਆਪਾਂ ਇਹ ਸਿੱਖਿਆ ਲੈ ਸਕਦੇ ਕਿ ਜਦੋਂ ਆਪਾਂ ਸਾਰੇ ਸੰਸਾਰ ਦੀ ਧਾਰਮਿਕ ਆਜ਼ਾਦੀ ਦੀ ਗੱਲ ਕਰਾਂਗੇ ਤੇ ਉਦੋਂ ਨਾਲ ਨਾਲ ਸਾਰੇ ਦੁਨੀਆ ਦੇ ਅੰਦਰ ਸਾਡੇ ਧਰਮ ਦਾ ਪ੍ਰਚਾਰ ਆਪਣੇ ਆਪ ਹੋ ਜਾਏਗਾ। ਗੁਰਸਿੱਖ ਨੇ ਸਿਰਫ ਗੁਰਸਿੱਖੀ ਦਾ ਪ੍ਰਚਾਰ ਨਹੀਂ ਕਰਨਾ, ਦੂਜਿਆਂ ਦੇ ਧਰਮਾਂ ਦੀ ਆਜ਼ਾਦੀ ਦੀ ਰੱਖਿਆ ਵੀ ਨਾਲ ਨਾਲ ਕਰਨੀ ਆ। ਇਹਦੇ ਨਾਲ ਹੀ ਇਨਸਾਨੀਅਤ ਦੀ ਰੱਖਿਆ ਹੋ ਸਕੇਗੀ। ਬਹੁਤ ਜ਼ਿਆਦਾ ਆਪਣੇ ਧਰਮ ਦੇ ਅੰਦਰ ਕੱਟੜ ਹੁੰਦਿਆਂ ਹੋਇਆਂ ਦੂਜੇ ਧਰਮਾਂ ਨੂੰ ਗਾਲਾਂ ਕੱਢਣੀਆਂ, ਇਹ ਗੁਰੂ ਤੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ। ਚਾਹੇ ਉਹਨਾਂ ਦੀਆਂ ਚੰਗੀਆਂ ਗੱਲਾਂ ਉਹ ਆਪਾਂ ਲੈ ਸਕਦੇ ਹਾਂ ਤੇ ਜੋ ਉਹਨਾਂ ਦੀਆਂ ਮਾੜੀਆਂ ਗੱਲਾਂ ਉਹ ਤਾਂ ਗੁਰਬਾਣੀ ਨੇ ਵੀ ਉਹਦੇ ਉੱਤੇ ਬਹੁਤ ਕਟਾਕਸ਼ ਕੀਤੇ ਆ, ਬਹੁਤ ਸਖਤ ਲਫ਼ਜ਼ ਵਰਤੇ ਆ। ਪਰ ਧਰਮ ਨੂੰ ਮਾੜਾ ਕਹਿਣਾ, ਉਹਨਾਂ ਦੇ ਦਿਲਾਂ ਨੂੰ ਦਿਖਾਉਣਾ, ਹਿਆਓ ਨਾ ਕਾਹੇ ਠਾਹੀਂ ਦਾ ਮਾਣਕ ਸਭ ਅਮੋਲ ਵੇ, ਇਹ ਸਿੱਖ ਧਰਮ ਦੇ ਪ੍ਰਚਾਰਕ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਪਏਗਾ। ਫਿਰ ਅਸੀਂ ਆਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਪੰਥ ਤੇ ਗ੍ਰੰਥ ਨੂੰ ਗੁਰਿਆਈ। ਇਹ ਗੁਰਦੁਆਰਾ ਸਾਹਿਬ ਦੀ ਸੰਸਥਾ ਨੂੰ ਯਾਦ ਰੱਖਣਾ ਪਏਗਾ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੰਮ੍ਰਿਤ ਛਕਾਉਂਦੇ ਆ 1699 ਨੂੰ ਵਿਸਾਖੀ ਵਾਲੇ ਦਿਨ, ਤੇ ਅੰਮ੍ਰਿਤ ਆਪ ਵੀ ਛਕਦੇ ਉਹਨਾਂ ਤੋਂ, ਉਸ ਤੋਂ ਬਾਅਦ 2 ਘਟਨਾਵਾਂ ਐਸੀਆਂ ਘਟਦੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਕਿ ਜਦੋਂ ਉਹਨਾਂ ਨੇ 5 ਸਿੰਘਾਂ ਦੇ ਅੱਗੇ ਸੀਸ ਝੁਕਾ ਦਿੱਤਾ, ਉਸ ਤੋਂ ਬਾਅਦ ਉਹ ਗੁਰੂ ਵਾਂਗ ਨਹੀਂ ਵਿਚਰੇ। ਉਸ ਤੋਂ ਬਾਅਦ ਉਹਨਾਂ ਨੇ ਗੁਰਿਆਈ 1699 ਨੂੰ ਹੀ ਪੰਥ ਨੂੰ ਬਖਸ਼ ਦਿੱਤੀ। ਇਹਦੇ ਤੇ ਆਪਾਂ ਵਿਚਾਰ, ਇਹਦੇ ਤੇ ਹੋਰ ਖੋਜ ਦੀ ਲੋੜ ਆ, ਪਰ ਇਹ ਮੇਰੇ ਆਪਣੇ ਵਿਚਾਰ ਹੈਗੇ ਆ ਕਿ ਦੇਖੋ, ਜਦੋਂ ਦਾਦੂ ਦੀ ਪੀਰ ਦੇ ਉੱਪਰ ਗੁਰੂ ਪਾਤਸ਼ਾਹ ਤੀਰ ਝੁਕਾ ਲੈਂਦੇ ਆ, ਹੁਣ ਗੁਰੂ ਪਾਤਸ਼ਾਹ ਜੇ ਉਦੋਂ ਗੁਰੂ ਦੇ ਤੌਰ ਤੇ ਵਿਚਰਦੇ ਹੁੰਦੇ ਤੇ ਉਹ ਪ੍ਰੀਖਿਆ ਲੈਣ ਦੇ ਲਈ ਵੀ ਸਿੱਖਾਂ ਦੀ ਕਦੇ ਤੀਰ ਨਾ ਝੁਕਾਉਂਦੇ,
ਉਹ ਕਿਸੇ ਹੋਰ ਤਰੀਕੇ ਨਾਲ ਪ੍ਰੀਖਿਆ ਲੈਂਦੇ, ਕਿਸੇ ਸਿੱਖ ਨੂੰ ਭੇਜਦੇ। ਉਦੋਂ ਸਿੱਖਾਂ ਨੇ ਰੋਕਿਆ ਉਹਨਾਂ ਨੂੰ। ਤੇ ਗੁਰੂ ਦੀ ਜਿਹੜੀ ਪਦਵੀ ਆ ਉਸ ਵਕਤ ਸਿੱਖਾਂ ਦੇ ਅੰਦਰ ਹੋਏਗੀ ਤਾਂ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਰੋਕ ਸਕੇ, ਨਹੀਂ ਤੇ ਉਹ ਰੋਕ ਨਹੀਂ ਸੀ ਸਕਦੇ ਗੁਰੂ ਪਾਤਸ਼ਾਹ ਨੂੰ ਉਹਨਾਂ ਦੇ ਕਰਮ ਕਰਨ ਤੋਂ। ਕਿ ਕਿਉਂਕਿ ਗੁਰੂ ਦਾ ਜੋ ਪਦਵੀ ਆ ਉਹ ਉਹਦੇ ਲਈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਉਹ ਉਸ ਵਕਤ ਗੁਰਸਿੱਖਾਂ ਨੇ ਦੱਸਿਆ ਕਿ ਗੁਰੂ ਜਿਹੜਾ ਆ ਉਹ ਪੰਥ ਦੇ ਅੰਦਰ ਬਸਦਾ, ਤੇ ਚਮਕੌਰ ਦੀ ਗੜੀ ਦੇ ਅੰਦਰ ਪੰਜ ਸਿੰਘ ਗੁਰੂ ਪਾਤਸ਼ਾਹ ਨੂੰ ਹੁਕਮ ਦਿੰਦੇ ਆ। ਜੇ ਗੁਰੂ ਪਾਤਸ਼ਾਹ ਗੁਰੂ ਹੁੰਦੇ ਤੇ ਗੁਰੂ ਨੂੰ ਸਿੱਖ ਜਿਹੜਾ ਆ ਉਹ ਹੁਕਮ ਨਹੀਂ ਦੇ ਸਕਦਾ। ਸੋ ਇਸ ਕਰਕੇ ਆਪਾਂ ਦੇਖਦੇ ਜਦੋਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸੀਸ ਝੁਕਾ ਦਿੱਤਾ ਪੰਜਾਂ ਸਿੰਘਾਂ ਦੇ ਅੱਗੇ, ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਫਿਰ ਆਪ ਉਹਨਾਂ ਦੇ ਅੱਗੇ ਸੀਸ ਝੁਕਾਇਆ, ਤੇ ਗੁਰਿਆਈ ਸੀ ਜਿਹੜੀ ਉਹ ਗੁਰੂ ਪੰਥ ਨੂੰ ਬਖਸ਼ਿਸ਼ ਕਰ ਦਿੱਤੀ। ਤੇ ਉਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਜੀ ਨੂੰ ਇਹ ਗੁਰਿਆਈ ਸੀ ਜਿਹੜੀ ਇਹ ਬਖਸ਼ ਦਿੱਤੀ ਗਈ। ਇਹ ਗੁਰਦੁਆਰਾ ਸੰਸਥਾ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ। ਹੁਣ ਗੁਰਦੁਆਰਾ ਸਾਹਿਬ ਦਾ ਮੈਂਬਰ ਕੌਣ ਬਣੇ, ਕਿਉਂਕਿ ਜਦੋਂ ਅਸੀਂ ਗੁਰੂ ਪੰਥ ਨੂੰ ਗੁਰਿਆਈ ਬਖਸ਼ੀ ਤੇ ਜਦੋਂ ਜਿਹੜੇ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਆ ਉਹ ਗੁਰੂ ਪੰਥ ਦੇ ਸਮਰਪਿਤ ਹੋਣਗੇ, ਉਹਨਾਂ ਦੇ ਅੰਮ੍ਰਿਤ ਦੇ ਉੱਪਰ ਨਿਸ਼ਚਾ ਹੋਏਗਾ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਨਿਸ਼ਚਾ ਹੋਏਗਾ, ਤੇ ਕਿਸੇ ਹੋਰ ਗ੍ਰੰਥ ਜਾਂ ਕਿਸੇ ਹੋਰ ਧਾਰਮਿਕ ਸਥਾਨ ਜਾਂ ਕਿਸੇ ਹੋਰ ਮੜੀ ਮਸਾਣ ਦੇ ਉੱਪਰ ਨਿਸ਼ਚਾ ਨਹੀਂ ਹੋਏਗਾ, ਤੇ ਉਹਨਾਂ ਦੇ ਅੰਦਰ ਕੋਈ ਨਸ਼ਾ ਕੋਈ ਕਰੈਤੀਏ ਨਹੀਂ ਹੋਣਗੇ। ਗੁਰੂ ਪੰਥ ਨੂੰ ਜਿਹੜੀ ਗੁਰਿਆਈ ਬਖਸ਼ੀ ਇਹਦੇ ਤੇ ਗੁਰੂ ਘਰ ਦੀ ਜਿਹੜੀ ਕਮੇਟੀ ਆ, ਗੁਰਦੁਆਰਾ ਸਾਹਿਬ ਦੀ ਕਮੇਟੀ ਆ, ਉਹ ਆਪਣੇ ਆਪ ਨੂੰ ਗੁਰੂ ਪੰਥ ਸਮਝੇ। ਉਹਨੇ ਲੀਡ ਕਰਨਾ ਸਾਰੇ ਆਪਣੇ ਸੰਗਤ ਨੂੰ, ਆਪਣੇ ਆਲੇ ਦੁਆਲੇ ਨੂੰ, ਆਪਣੇ ਪਿੰਡ ਨੂੰ, ਆਪਣੇ ਸ਼ਹਿਰ ਨੂੰ, ਆਪਣੇ ਇਲਾਕੇ ਨੂੰ। ਤੇ ਜੇ ਆਪ ਹੀ ਉਹ ਗੁਰੂ ਪੰਥ ਵਾਂਗ ਨਹੀਂ ਵਿਚਰਦੀ ਹੋਏਗੀ, ਉਹਦੇ ਅੰਦਰ ਇੰਨੀ ਜੁਰਤ ਨਹੀਂ ਹੋਏਗੀ ਕਿ ਉਹ ਸਿੱਖਾਂ ਵਾਂਗ ਰੋਕ ਸਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿ ਦਾਦੂ ਪੀਰ ਦੀ ਕਬਰ ਤੇ ਤੁਸੀਂ ਆਪ ਸੀਸ ਝੁਕਾਇਆ ਤੇ ਤੀਰ ਝੁਕਾਇਆ ਤੇ ਸਾਨੂੰ ਕਿਵੇਂ ਰੋਕ ਸਕਦੇ ਹੋ। ਤੇ ਜਿੰਨੀ ਦੇਰ ਤੱਕ ਇੰਨੀ ਦ੍ਰਿੜਤਾ ਨਹੀਂ ਹੋਏਗੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਅੰਦਰ, ਉਨੀ ਦੇਰ ਤੱਕ ਗੁਰਦੁਆਰਾ ਸਾਹਿਬ ਦੀ ਸੰਸਥਾ ਸਿੱਖੀ ਦੇ ਵਿਕਾਸ ਦੇ ਵਿੱਚ ਕੋਈ ਯੋਗਦਾਨ ਨਹੀਂ ਪਾ ਸਕੇਗੀ। ਨਾਲ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੇਹਧਾਰੀ ਗੁਰੂਡਮ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰਿਆਈ ਦਿੱਤੀ। ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਗੁਰੂ ਪੰਥ ਕੰਮ ਕਰਦਾ, ਗੁਰਦੁਆਰਾ ਕਮੇਟੀ ਕੰਮ ਕਰਦੀ ਆ, ਪੰਜ ਸਿੰਘ ਕੰਮ ਕਰਦੇ ਆ। ਸੋ ਗੁਰੂ ਗ੍ਰੰਥ ਸਾਹਿਬ ਦੀ ਤੋਂ ਬਿਨਾਂ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਕਰਨਾ, ਕਿਸੇ ਹੋਰ ਪੁਸਤਕ ਚੋਂ ਧਾਰਨਾ ਲਾ ਕੇ ਪੜ੍ਹਨੀਆਂ, ਬਾਹਰੋਂ ਪੜ੍ਹਨੀਆਂ, ਇਹ ਗੁਰਦੁਆਰਾ ਕਮੇਟੀ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਪਏਗਾ ਜੇਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਤੋਂ ਅਸੀਂ ਗੁਰਦੁਆਰਾ ਸਾਹਿਬ ਦੀ ਸੰਸਥਾ ਦੇ ਲਈ ਸਿੱਖਿਆ ਲੈਣੀ ਹੋਵੇ। ਤੇ ਸੰਪੂਰਨਤਾ ਬਖਸ਼ ਦਿੱਤੀ। ਇਹ ਸੰਪੂਰਨਤਾ ਹੁਣ ਹਰ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਕੱਲ ਅਸੀਂ ਸੋਚ ਲਈ ਕਿ ਸੰਭਵ ਨਹੀਂ। ਜੇਕਰ ਇਹ 10 ਗੁਰੂ ਸਾਹਿਬਾਨ ਤੋਂ 20 ਚੀਜ਼ਾਂ ਲੈ ਲਈਏ, ਇਹਨਾਂ ਚੋਂ 7-8 ਤੇ ਕਾਮਨ ਆ ਕਿ ਗੁਰੂ ਦਾ ਪ੍ਰਕਾਸ਼ ਹੋਣਾ ਜ਼ਰੂਰੀ ਆ, ਲੰਗਰ ਹੋਣਾ ਜ਼ਰੂਰੀ ਆ। ਬਾਕੀ ਚੀਜ਼ਾਂ ਜਿਹੜੀਆਂ ਵੰਡ ਕੇ ਕਰ ਸਕਦੇ ਆ। ਅਕਾਲ ਤਖਤ ਸਾਹਿਬ ਤੋਂ ਹੁਕਮ ਆਵੇ ਜਾਂ ਸ਼੍ਰੋਮਣੀ ਕਮੇਟੀ ਸਾਡੀ ਇੰਨੀ ਯੋਗ ਹੋਵੇ ਕਿ ਹਰ ਗੁਰਦੁਆਰਾ ਸਾਹਿਬ ਨੂੰ ਭੇਜੇ ਕਿ ਇਹਨਾਂ ਬਾਕੀ ਜਿਹੜੇ 15 ਕੰਮ ਬੱਚੇ, 14 ਕੰਮ ਬੱਚੇ, ਇਹਨਾਂ ਚੋਂ ਤੁਸੀਂ ਕਿਹੜੇ 8 ਕਰੋਗੇ ਗੁਰਦੁਆਰਾ ਸਾਹਿਬ, ਖੇਡਾਂ ਵਾਲਾ, ਮੈਡੀਕਲ ਰਿਸਰਚ ਵਾਲਾ, ਹੋਰ ਬਹੁਤ ਸਾਰੇ ਕਲਾਸਾਂ ਵਾਲਾ। ਇਹਨਾਂ 14 ਚੋਂ ਤੁਸੀਂ 7 ਹੀ ਲੈ ਲਓ। ਜਿਹੜੇ 6 ਆ ਤਾਂ ਸਾਰੇ ਗੁਰਦੁਆਰਾ ਸਾਹਿਬਾਨ ਦੇ ਸਾਂਝੇ ਆ ਕਿ ਗੁਰੂ ਪੰਥ, ਗੁਰੂ ਗ੍ਰੰਥ, ਸ਼ਬਦ ਗੁਰੂ, ਲੰਗਰ, ਨਿਸ਼ਾਨ ਸਾਹਿਬ, ਇਹ ਤਾਂ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜ਼ਰੂਰੀ ਆ। ਬਾਕੀ ਜਿਹੜੀਆਂ ਚੀਜ਼ਾਂ ਬਚਦੀਆਂ ਉਹਨਾਂ ਦੇ ਵਿੱਚੋਂ ਅੱਧੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਹੋਣੇ ਚਾਹੀਦੇ। ਜੇ ਉਹ ਪੂਰੇ ਨਹੀਂ ਕਰ ਸਕਦੇ ਤਾਂ ਗੁਰਦੁਆਰਾ ਸਾਹਿਬ ਨੂੰ ਮਾਨਤਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਨਹੀਂ ਤਾਂ ਗੁਰਦੁਆਰੇ ਖੁੱਲੀ ਜਾ ਰਹੇ, ਹਰ ਗੁਰਦੁਆਰੇ ਦੇ ਵਿੱਚ ਸਵੇਰੇ 2 ਬੰਦੇ ਬੈਠੇ ਹੁੰਦੇ ਆ, ਸ਼ਾਮ ਨੂੰ 2-4 ਬੰਦੇ ਬੈਠੇ ਹੁੰਦੇ। ਕਈ ਗੁਰਦੁਆਰਾ ਸਾਹਿਬਾਨ ਤੇ ਗ੍ਰੰਥੀ ਸਿੰਘ ਇਕੱਲਾ ਹੀ ਰਹਿਰਾਸ ਕਰਦਾ, ਸਵੇਰੇ ਇਕੱਲਾ ਹੀ ਨਿਤਨੇਮ ਕਰਦਾ। ਔਰ ਕਈ ਗੁਰਦੁਆਰਾ ਸਾਹਿਬਾਨ ਤਾਂ ਇਦਾਂ ਦੇ ਆ ਜਿੱਥੇ ਸਵੇਰੇ ਵੀ ਕੈਸਟ ਲਾ ਕੇ ਨਿਤਨੇਮ ਹੁੰਦਾ, ਉੱਥੇ ਗ੍ਰੰਥੀ ਹੈ ਨਹੀਂ, ਸ਼ਾਮ ਨੂੰ ਵੀ ਕੈਸਟ ਲਾ ਕੇ ਨਿਤਨੇਮ ਹੁੰਦਾ ਆ, ਤੇ ਉਹ ਸੰਗਰਾਂਦ ਨੂੰ ਹੀ ਖੁੱਲਦੇ ਆ। ਤੇ ਸੰਗਰਾਂਦ ਨੂੰ ਮੈਂ ਇੱਕ ਗੁਰਦੁਆਰਾ ਸਾਹਿਬ ਚ ਗਿਆ ਕਿਸੇ ਪਿੰਡ, ਉੱਥੇ ਅਨਾਉਂਸਮੈਂਟ ਹੁੰਦੀ ਸੁਣੀ ਕਿ ਕੱਲ ਨੂੰ ਸੰਗਰਾਂਦ ਆ, ਸਾਰੇ ਕਿਰਪਾ ਕਰਕੇ 20 ਰੁਪਏ ਜ਼ਰੂਰ ਲੈ ਕੇ ਆਇਓ, ਬਿੱਲ ਦੇਣ ਵਾਲਾ ਹੋਇਆ ਗੁਰਦੁਆਰਾ ਸਾਹਿਬ ਦਾ। ਸੋ ਐਸੇ ਹਾਲਾਤ ਜਿਹੜੇ ਹੋ ਗਏ, ਕਿਉਂਕਿ ਜਿਹੜੇ ਇਹ 20 ਕੰਮ ਸੀ, ਇਹਨਾਂ ਚੋਂ 7 ਕੰਮ ਵੀ ਗੁਰਦੁਆਰਾ ਸਾਹਿਬ ਕਰਦੇ ਹੁੰਦੇ ਤੇ ਹਾਕਾ ਮਾਰ ਕੇ ਨਾ ਸੰਗਤ ਸੱਦਣੀ ਪੈਂਦੀ। ਜੇ 7 ਕੰਮ ਜ਼ਰੂਰੀ ਹੁੰਦੇ ਗੁਰਦੁਆਰਾ ਸਾਹਿਬ ਦੀ ਰਜਿਸਟ੍ਰੇਸ਼ਨ ਲਈ ਤੇ ਫਿਰ ਇੰਨੇ ਗੁਰਦੁਆਰਾ ਸਾਹਿਬ ਖੁੱਲਣੇ ਵੀ ਨਹੀਂ ਸੀਗੇ, ਕਿਉਂਕਿ ਇੰਨੀ ਸੰਭਵ ਹੀ ਨਹੀਂ ਸੀ ਹੋਣਾ ਕਿ ਉਹ ਇੰਨਾ ਕੁਝ ਕਰ ਸਕਣ। ਇੱਕ ਪਿੰਡ ਦੇ ਲਈ ਇਹ 7 ਚੀਜ਼ਾਂ ਚਲਾਉਣ ਦੇ ਲਈ ਇੱਕ ਗੁਰਦੁਆਰਾ ਸਾਹਿਬ ਬਹੁਤ ਹੋਣਾ ਸੀਗਾ। ਇਹ ਅਲੱਗ-ਅਲੱਗ ਗੁਰਦੁਆਰਾ ਸਾਹਿਬਾਨ ਖੁੱਲਣੇ ਨਹੀਂ ਸੀਗੇ। ਸੋ ਇਹ ਚੀਜ਼ਾਂ ਨਾਲ ਕਿ ਸੰਪੂਰਨਤਾ ਸਿੱਖ ਪੰਥ ਦੇ ਵਿੱਚ ਆਉਣੀ ਸੀਗੀ। ਇਹਦੇ ਨਾਲ ਫਿਰ ਸਾਨੂੰ ਗੁਰਦੁਆਰਾ ਸਾਹਿਬ ਦੀ ਸੰਸਥਾ ਨੇ ਸਮਾਜ ਦੇ ਵਿਕਾਸ ਦੇ ਵਿੱਚ,
ਧਰਮ ਦੇ ਫੈਲਾਅ ਦੇ ਵਿੱਚ ਤੇ ਸਮਾਜਿਕ ਕੁਰੀਤੀਆਂ ਦੇ ਵਿਕਾਸ ਦੇ ਵਿੱਚ ਜੋ ਉਹਨਾਂ ਨੂੰ ਰੋਕਣ ਦੇ ਲਈ, ਖੇਡਾਂ ਦੇ ਲਈ ਇੱਕ ਚੰਗੇ ਗੁਰਸਿੱਖ ਪੜ੍ਹੇ ਲਿਖੇ ਕਲਾਸਾਂ ਜੋ ਉੱਠੇ ਹੋਏ ਚੰਗੇ ਖਿਡਾਰੀ, ਚੰਗੇ IAS ਉਹ ਪੈਦਾ ਕਰ ਲੈਣੇ ਸੀਗੇ ਤੇ ਅੱਜ ਸਾਡੇ ਜੋ ਹਾਲਾਤ ਸੀ ਉਹਦੇ ਨਾਲੋਂ ਹਾਲਾਤ ਜਿਹੜੇ ਬਿਹਤਰ ਹੋਣੇ ਸੀਗੇ। ਜੇ ਭਵਿੱਖ ਦੇ ਵਿੱਚ ਆਪਾਂ ਕੁਝ ਐਸਾ ਕਰ ਸਕੀਏ ਕਿ ਉਸੇ ਗੁਰਦੁਆਰਾ ਸਾਹਿਬ ਦੀ ਰਜਿਸਟ੍ਰੇਸ਼ਨ ਹੋਵੇ, ਜਿਹੜਾ ਇਹਨਾਂ ਦੇ ਵਿੱਚੋਂ ਅੱਧੇ ਕੰਮ ਜ਼ਰੂਰ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਹੋਣ, ਜਿਹੜਾ ਗੁਰਦੁਆਰਾ ਸਾਹਿਬ ਇਹਨਾਂ ਕੰਮਾਂ ਦੇ ਉੱਪਰ ਧਿਆਨ ਦਿੰਦਾ ਹੋਵੇ, ਉਹ ਰਜਿਸਟਰ ਹੋਵੇ, ਤਾਂ ਫਿਰ ਸਾਡੇ ਧਰਮ ਦੇ ਵਿੱਚੋਂ ਜੋ ਬਹੁਤ ਸਾਰੇ ਗੁਰਦੁਆਰਿਆਂ ਦੀ ਗਿਣਤੀ ਆ ਉਹ ਵੱਧਦੀ ਜਾ ਰਹੀ ਆ ਤੇ ਹੌਲੀ-ਹੌਲੀ ਫਿਰ ਉਹ ਉਹਨਾਂ ਨੂੰ ਜੰਦੇ ਲੱਗਣੇ ਸ਼ੁਰੂ ਹੋ ਰਹੇ, ਬਿੱਲ ਵੀ ਨਹੀਂ ਦੇ ਹੋ ਰਹੇ ਕਿਉਂਕਿ ਸੰਗਤ ਘਟੀ ਜਾ ਰਹੀ ਆ ਤੇ ਵੰਡ ਹੋ ਜਾਂਦੀ ਸੰਗਤ, ਗੁਰਪੁਰਬ ਵੀ ਠੀਕ ਤਰੀਕੇ ਦੇ ਨਾਲ ਨਹੀਂ ਮਨਾਏ ਜਾਂਦੇ। ਫਿਰ ਸਾਰੀਆਂ ਬਿਮਾਰੀਆਂ, ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਇਹ ਦੂਰ ਹੋ ਸਕਦੀਆਂ ਹਨ। ਸੋ ਇਹ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਸੰਸਥਾ ਦਾ ਜੋ ਉਸਾਰੀ ਕੀਤੀ ਜਾ ਸਕਦੀ ਆ, ਉਹਦਾ ਵਿਕਾਸ ਕੀਤਾ ਜਾ ਸਕਦਾ। ਉਹ ਕਲਾਸ ਲਾਉਂਦਿਆਂ, ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚਾ ਜਾਣ ਕੇ ਮਾਫ਼ ਕਰ ਦਿਓ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ